ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸ ਸਟਾਰਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਮਾਸਟਰ ਕਾਡਰ ਪੰਜਾਬੀ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਆਪਾਂ ਲੈਕਚਰ ਨੰਬਰ 9 ਦੇ ਵਿੱਚ 40 ਹੋਰ ਇੰਪੋਰਟੈਂਟ MCQs ਡਿਸਕਸ ਕਰਾਂਗੇ ਜੀ। ਸੋ ਹਰ ਵੀਡੀਓ ਦੀ ਤਰ੍ਹਾਂ 40 MCQs ਹੀ ਨਹੀਂ ਹੋਣਗੇ, 100 ਹੋਰ ਆਪਣੇ ਜਿਹੜੇ ਕੁਐਸਚਨ ਨੇ ਨਾਲ ਰਿਵਾਈਜ਼ ਵੀ ਹੋ ਜਾਣਗੇ ਔਰ ਕੁਝ ਨਵੇਂ ਕੁਐਸਚਨ ਵੀ ਜਿਹੜੇ ਹੋ ਜਾਣਗੇ। ਮੰਨ ਕੇ ਚੱਲੋ ਕਿ ਜੇਕਰ ਤੁਸੀਂ ਅੰਤ ਤੱਕ ਜਿਹੜਾ ਹੈ ਵੀਡੀਓ ਨੂੰ ਧਿਆਨ ਨਾਲ ਦੇਖਦੇ ਹੋ, ਥੋੜ੍ਹਾ ਧਿਆਨ ਨਾਲ ਸੁਣਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੇ 150 ਕੁਐਸਚਨ ਜਿਹੜੇ ਨੇ ਉਹ ਹੋ ਜਾਣਗੇ ਔਰ ਕਾफ़ी ज़्यादा ਕੁਐਸਚਨ ਜਿਹੜੇ ਨੇ ਉਹ ਰਿਵਾਈਜ਼ ਵੀ ਹੋ ਜਾਣਗੇ, ਕਾफ़ी ਸਿਲੇਬਸ ਆਪਣਾ ਜਿਹੜਾ ਕਵਰ ਹੋ ਜਾਏਗਾ ਜੀ। ਸੋ ਇਸ ਤੋਂ ਪਹਿਲਾਂ ਜਿਹੜੀ ਅਪਲੋਡ ਵੀਡੀਓ ਨੇ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ, ਜਿਸ ਦੇ ਵਿੱਚ ਇੱਕ ਪੰਜਾਬੀ ਦੀ ਬੜੀ ਇੰਪੋਰਟੈਂਟ ਵੀਡੀਓ ਹੈ ਜਿਸ ਦੇ ਵਿੱਚ ਅਸੀਂ ਸਾਰੀ ਪੰਜਾਬੀ ਵਿਆਕਰਨ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਔਰ ਸਾਰੇ ਕੁਐਸਚਨ ਉਸ ਦੇ ਵਿੱਚ ਅਸੀਂ ਅਪਲੋਡ ਕੀਤੇ ਹੋਏ ਨੇ। 30 ਕੁ ਮਿੰਟ ਦੀ ਵੀਡੀਓ ਤੁਹਾਡੀ ਸਾਰੀ ਵਿਆਕਰਨ ਦੀ ਜਿਹੜੀ ਰਿਵੀਜ਼ਨ ਕਰਵਾ ਦੂਗੀ। ਔਰ ਇਸ ਤੋਂ ਇਲਾਵਾ ਜੇਕਰ ਤੁਸੀਂ ਮਾਸਟਰ ਕਾਡਰ ਦੀ SST ਦੀ ਤਿਆਰੀ ਕਰ ਰਹੇ ਹੋ ਤਾਂ ਉਸ ਦੇ ਲਈ ਵੀ ਤੁਹਾਨੂੰ ਹਿਸਟਰੀ 6 ਦੀਆਂ ਕਾफ़ੀ ਵੀਡੀਓ ਮਿਲ ਜਾਣਗੀਆਂ। ਸਾਰੀਆਂ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ। ਵੀਡੀਓ ਦੇ ਅੰਤ ਦੇ ਵਿੱਚ ਵੀ ਪਲੇਲਿਸਟ ਸ਼ੋ ਹੋ ਜਾਏਗੀ ਜਿਸ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਉਹ ਕਰ ਸਕਦੇ ਜੇ। ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਫਸਟ ਕੁਐਸਚਨ ਹੈ ਜੀ ਆਪਣਾ, ਭਾਈ ਗੁਰਦਾਸ ਜੀ ਦੀ ਕਿਸ ਵਾਰ ਵਿੱਚ ਲੈਲਾ ਮਜਨੂ ਦਾ ਜ਼ਿਕਰ ਲੈਲਾ ਮਜਨੂ ਕਿੱਸੇ ਦਾ ਜਿਹੜਾ ਜ਼ਿਕਰ ਆਉਂਦਾ ਹੈ ਜੀ। ਆਪਸ਼ਨ ਏ ਹੈ ਜੀ 25ਵੀਂ, ਬੀ ਹੈ 28ਵੀਂ, ਸੀ ਹੈ ਜੀ 27ਵੀਂ, ਡੀ ਹੈ ਜੀ 26ਵੀਂ। ਤਾਂ ਆਨਸਰ ਆਏਗਾ ਜੀ ਆਪਸ਼ਨ ਸੀ ਜੀ 27ਵੀਂ ਵਾਰ ਜੀ। ਸੋ ਭਾਈ ਵੀਰ ਸਿੰਘ ਨੇ 39 ਵਾਰਾਂ ਲਿਖੀਆਂ ਨੇ ਜੀ, ਆਪਾਂ ਡਿਸਕਸ ਕਰ ਚੁੱਕੇ ਹਾਂ ਕਾफ़ੀ ਇਸ ਦੇ ਨਾਲ ਪਹਿਲਾਂ ਕੁਐਸਚਨ। ਔਰ ਜਿਹੜੀ 27ਵੀਂ ਵਾਰ ਹੈ ਉਸ ਦੇ ਵਿੱਚ ਗੁਰਸਿੱਖਾਂ ਦੀ ਸੱਚੀ ਪ੍ਰੀਤ ਨੂੰ ਲੈਲਾ ਮਜਨੂ ਅਤੇ ਸੱਸੀ ਪੁੰਨੂ ਦੀ ਜਿਹੜੀ ਪ੍ਰੀਤ ਹੈ ਉਸ ਨਾਲੋਂ ਵੀ ਸੱਚੀ ਮੰਨਿਆ ਜੀ। ਔਰ ਯਾਦ ਰੱਖਣਾ ਕਿ ਭਾਈ ਜਿਹੜੇ ਗੁਰਦਾਸ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਦੇ ਭਤੀਜੇ ਸੀ ਜੀ। ਔਰ ਉਹਨਾਂ ਨੂੰ ਜਿਹੜਾ ਹੈ ਆਦਿ ਗ੍ਰੰਥ ਦੀ ਬੀੜ ਲਿਖਣ ਦਾ ਜਿਹੜਾ ਸ਼ੇਰਾ ਵੀ ਵੱਜਦਾ ਹੈ। ਔਰ 39 ਵਾਰਾਂ ਲਿਖੀਆਂ, ਇਸ ਤੋਂ ਇਲਾਵਾ 600 ਤੋਂ ਉੱਪਰ ਜਿਹੜਾ ਕਵਿਤ ਅਤੇ ਸਵਈਏ ਜਿਹੜੇ ਨੇ ਬ੍ਰਜ ਭਾਸ਼ਾ ਦੇ ਵਿੱਚ ਲਿਖੇ। ਭਾਵੇਂ ਉਹਨਾਂ ਦੀ ਰਚਨਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈ, ਪਰ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਆਖ ਕੇ ਸਨਮਾਨ ਦਿੱਤਾ ਹੈ ਜੀ। ਔਰ ਗੁਰਬਾਣੀ ਦੀ ਕੁੰਜੀ ਤਾਂ ਆਖਿਆ ਜਾਂਦਾ ਕਿਉਂਕਿ ਇਸ ਵਿੱਚ ਗੁਰਬਾਣੀ ਦੇ ਆਸ਼ਿਆਂ ਦੀ ਵਿਸਥਾਰਪੂਰਵਕ ਵਿਆਖਿਆ ਅਤੇ ਗੁਰਮਤਿ ਦੇ ਜਿਹੜਾ ਫਲਸਫਾ ਹੈ ਜੀ ਉਸ ਨੂੰ ਦਲੀਲਾਂ ਅਤੇ ਉਦਾਹਰਨਾਂ ਦੇ ਨਾਲ ਸਪਸ਼ਟ ਕੀਤਾ ਹੈ ਜੀ। ਔਰ ਉਹਨਾਂ ਨੇ ਜਿਹੜਾ ਪਰੰਪਰਾ ਅਨੁਸਾਰ ਆਪਣੀਆਂ ਵਾਰਾਂ ਦੇ ਵਿੱਚ ਨਿਸ਼ਾਨੀ ਛੰਦ ਦੀ ਜਿਹੜੀ ਵਰਤੋਂ ਹੈ ਉਹ ਕੀਤੀ ਹੈ ਜੀ। ਕਿ ਜੇਕਰ ਪੁੱਛਿਆ ਜਾਏ ਕਿ ਵਾਰਾਂ ਦੇ ਵਿੱਚ ਕਿਹੜੇ ਛੰਦ ਦੀ ਵਰਤੋਂ ਕੀਤੀ ਹੈ ਤਾਂ ਨਿਸ਼ਾਨੀ ਛੰਦ ਦੀ ਵਰਤੋਂ ਕੀਤੀ ਹੈ। ਔਰ ਡਾਕਟਰ ਮੋਹਨ ਸਿੰਘ ਜੀ ਨੇ ਜਿਹੜਾ ਉਹਨਾਂ ਨੂੰ ਸੇਂਟ ਪਾਲ ਆਖਿਆ ਜੀ। ਅਗਲੇ ਕੁਐਸਚਨ ਵੱਲ ਚੱਲਦੇ ਹਾਂ ਜੀ। ਕੁਐਸਚਨ ਨੰਬਰ ਆਪਣਾ 2 ਹੈ ਜੀ, ਹੀਰ ਦਾ ਕਿੱਸਾ ਵਾਰਸ ਤੋਂ ਪਹਿਲਾਂ ਕਿਸ ਨੇ ਲਿਖਿਆ ਜੀ। ਆਪਸ਼ਨ ਏ ਹੈ ਜੀ ਦਮੋਦਰ, ਬੀ ਹੈ ਜੀ ਅਹਿਮਦ ਗੁੱਜਰ, ਸੀ ਹੈ ਮੁਕਬਲ, ਡੀ ਹੈ ਜੀ ਉਪਰੋਕਤ ਸਾਰੇ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਡੀ ਹੈ ਜੀ ਉਪਰੋਕਤ ਸਾਰੇ ਜੀ। ਸੋ ਇਹਨਾਂ ਸਾਰਿਆਂ ਨੇ ਜਿਹੜਾ ਹੈ ਹੀਰ ਦਾ ਕਿੱਸਾ ਵਾਰਿਸ ਸ਼ਾਹ ਦੀ ਹੀਰ ਤੋਂ ਪਹਿਲਾਂ ਜਿਹੜਾ ਹੈ ਲਿਖਿਆ ਜੀ। ਔਰ ਇਸ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਸੀ ਜੀ ਜਿਹੜਾ ਕਿੱਸਾ ਸ਼ਬਦ ਹੈ ਅਰਬੀ ਭਾਸ਼ਾ ਦਾ ਸ਼ਬਦ ਹੈ ਜੀ ਜਿਸ ਦਾ ਮੂਲ ਧਾਤੂ ਕਸ ਹੈ। ਔਰ ਕਸ ਦੇ ਜਿਹੜੇ ਅਰਥ ਹਨ ਉਹ ਹੈ ਪਿੱਛੇ ਜਾਣਾ ਜਾਂ ਪਿੱਛੇ ਕਰਨਾ। ਔਰ ਜੇ ਆਪਾਂ ਕੋਸ਼ਗਤ ਅਰਥ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਕੋਸ਼ਗਤ ਅਰਥ ਹੈ ਉਹ ਹੈ ਕਹਾਣੀ, ਕਥਾ ਜਾਂ ਬਿਰਤਾਂਤ ਜੀ। ਔਰ ਮਾਲਵੇ ਵਿੱਚ ਕਿੱਸਾ ਨੂੰ ਜਿਹੜਾ ਹੈ ਚਿੱਠਾ ਆਖਿਆ ਜਾਂਦਾ ਹੈ ਜੀ। ਔਰ ਕਿੱਸਾ ਕਾਵਿ ਦੇ ਵਿੱਚ ਹਮੇਸ਼ਾ ਉਪਦੇਸ਼ ਦੇਣ ਦੀ ਜਿਹੜੀ ਬਿਰਤੀ ਹੈ ਉਹ ਭਾਰੂ ਹੁੰਦੀ ਹੈ। ਔਰ ਪੰਜਾਬੀ ਕਿੱਸਿਆਂ ਦੇ ਲਈ ਦਵਈਆ, ਬੈਂਤ ਅਤੇ ਕਵਿਤ ਛੰਦ ਦੀ ਜਿਹੜੇ ਨੇ ਉਹ ਵਰਤੇ ਜਾਂਦੇ ਨੇ ਜੀ। ਔਰ ਇਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਜੀ ਕਿਹੜੇ ਜਿਹੜੇ ਕਿੱਸਾਕਾਰ ਨੇ ਕਿਸ ਛੰਦ ਦੀ ਜਿਹੜੀ ਵਰਤੋਂ ਕਿਸ ਕਿੱਸੇ ਦੇ ਵਿੱਚ ਕੀਤੀ ਹੈ। ਸੋ ਪਹਿਲੀਆਂ ਵੀਡੀਓ ਉਸ ਦੇ ਲਈ ਤੁਸੀਂ ਦੇਖ ਸਕਦੇ ਹੋ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 3 ਹੈ ਜੀ, ਕਿੱਸਿਆਂ ਵਿੱਚ ਨਾਇਕ ਨਾਇਕਾ ਦੇ ਅੰਗ ਦੀ ਖੂਬਸੂਰਤੀ ਦਾ ਵਰਣਨ ਕਿਸ ਦਾ ਪ੍ਰਭਾਵ ਹੈ। ਆਪਸ਼ਨ ਏ ਹੈ ਜੀ ਸਾਮੀ ਪ੍ਰਭਾਵ, ਬੀ ਹੈ ਈਰਾਨੀ ਪ੍ਰਭਾਵ, ਸੀ ਹੈ ਕੁਰਾਨੀ ਪ੍ਰਭਾਵ, ਡੀ ਹੈ ਜੀ ਉਪਰੋਕਤ ਸਾਰੇ ਜੀ। ਸੋ ਜਿਵੇਂ ਆਪਾਂ ਦੇਖਿਆ ਕਿ ਹੀਰ ਦੇ ਕਿੱਸੇ ਦੇ ਵਿੱਚ ਜਿਵੇਂ ਵਾਰਸ਼ਾ ਕਹਿੰਦਾ ਕਿ ਹੋਠ ਸੁਰਖ ਯਾਕੂਤ, ਸੋ ਇੱਦਾਂ ਦੀ ਜਿਹੜੀ ਪੰਕਤੀ, ਜਿਉਂ ਲਾਲ ਚਮਕਣ ਠੋਡੀ ਸਿਉਂ ਵਲੈਤੀ ਸਾਰ ਵਿੱਚੋਂ। ਸੋ ਨਾਇਕ ਜਾਂ ਨਾਇਕਾ ਦੇ ਅੰਗ ਦੀ ਖੂਬਸੂਰਤੀ ਨੂੰ ਵਰਣਨ ਕੀਤਾ ਜਾਂਦਾ। ਔਰ ਇਹ ਜਿਹੜਾ ਪ੍ਰਭਾਵ ਹੈ ਉਹ ਹੈ ਜੀ ਆਪਸ਼ਨ ਬੀ ਸਹੀ ਆਨਸਰ ਆਏਗਾ ਜੀ ਈਰਾਨੀ ਪ੍ਰਭਾਵ ਜੀ। ਔਰ ਕਿੱਸਿਆਂ ਦੇ ਵਿੱਚ ਜਿਹੜਾ ਸਰੀਰਕ ਅੰਸ਼ ਜਾਂ ਜਾਦੂ ਟੂਣੇ ਕਰਾਮਾਤਾਂ ਕਰਨ ਦਾ ਜਿਹੜਾ ਹੈਗਾ ਪ੍ਰਭਾਵ ਉਸ ਨੂੰ ਸਾਮੀ ਪ੍ਰਭਾਵ ਕਿਹਾ ਜਾਂਦਾ ਹੈ। ਸੋ ਅੰਗ ਦੀ ਖੂਬਸੂਰਤੀ ਨੂੰ ਵਰਣਨ ਕਰਨ ਦਾ ਪ੍ਰਭਾਵ ਈਰਾਨੀ ਔਰ ਸਰੀਰਕ ਅੰਸ਼ ਅਤੇ ਜਾਦੂ ਕਰਾਮਾਤਾਂ ਦਾ ਕਰਨ ਦਾ ਜਿਹੜਾ ਹੈ ਉਹ ਪ੍ਰਭਾਵ ਹੈ ਸਾਮੀ ਪ੍ਰਭਾਵ ਜੀ, ਯਾਦ ਰੱਖਣਾ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 4, ਪੀਲੂ ਦਾ ਮਿਰਜ਼ਾ ਸਾਹਿਬਾ ਕਿੱਸਾ ਕਿਸ ਛੰਦ ਵਿੱਚ ਹੈ। ਆਪਸ਼ਨ ਏ ਜੀ ਬੈਂਤ, ਬੀ ਹੈ ਦੋਹਰਾ, ਸੀ ਹੈ ਦਵਈਆ, ਡੀ ਹੈ ਜੀ ਕੋਰੜਾ।
ਤਾਂ ਇਹਦਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ। ਦੋਹਰਾ ਛੰਦ ਦੇ ਵਿੱਚ ਲਿਖਿਆ ਜੀ ਪੀਲੂ ਨੇ ਮਿਰਜ਼ਾ ਸਾਹਿਬਾ ਦਾ ਜਿਹੜਾ ਕਿੱਸਾ ਹੈ ਜੀ 16ਵੀਂ 17ਵੀਂ ਸਦੀ ਦਾ ਕਵੀ ਹੈ ਪੀਲੂ, ਔਰ ਕਿੱਸੇ ਦਾ ਅੰਤ ਜਿਹੜਾ ਦੁਖਾਂਤਕ ਹੈ, ਔਰ ਕਿੱਸਾ ਜਿਹੜਾ ਮਿਰਜ਼ਾ ਸਾਹਿਬਾ ਸੱਦ ਰੂਪ ਦੇ ਵਿੱਚ ਲਿਖਿਆ ਹੈ, ਔਰ ਅਕਬਰ ਜਹਾਂਗੀਰ ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਕਵੀ ਹੈ, ਔਰ ਮਾਝੀ ਉਪਬੋਲੀ ਦਾ ਇਸਨੇ ਜਿਹੜਾ ਹੈ ਪ੍ਰਯੋਗ ਕੀਤਾ ਹੈ, ਔਰ ਇਸ ਦੇ ਕਿੱਸੇ ਦੇ ਵਿੱਚ ਦੁੱਲੇ ਭੱਟੀ ਦਾ ਜ਼ਿਕਰ ਵੀ ਜਿਹੜਾ ਉਹ ਆਉਂਦਾ ਹੈ ਜੀ। ਔਰ ਇਸ ਦੇ ਬਾਰੇ ਜਿਹੜਾ ਆਪਾਂ ਪਹਿਲਾਂ ਬਹੁਤ ਇੰਪੋਰਟੈਂਟ ਲਾਈਨਾਂ ਨੇ ਇੱਕ ਵਾਰੀ ਫੇਰ ਡਿਸਕਸ ਕਰ ਲੈਂਦੇ ਹਾਂ। ਪੀਲੂ ਬਾਰੇ ਜਿਹੜਾ ਹੈ ਹਾਫਿਜ਼ ਲਿਖਦਾ ਹੈ ਕਿ ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਨ, ਉਹਨੂੰ ਪੰਜਾਂ ਪੀਰਾਂ ਦੀ ਥਾਪਣਾ ਕੰਪੀ ਦਸਤ ਤਰੇਨ। ਔਰ ਜਿਹੜਾ ਅਹਿਮਦ ਯਾਰ ਹੈ ਉਹ ਪੀਲੂ ਦੀ ਤਾਰੀਫ ਕਰਦਾ ਲਿਖਦਾ ਪੀਲੂ ਨਾਲ ਨਾ ਰੀਸ ਕਿਸੇ ਦੀ, ਉਸ ਵਿੱਚ ਸੋਝ ਅਲੈਦਗੀ, ਮਸਤ ਨਿਗਾਹ ਕੀਤੀ ਉਸ ਪਾਸੇ ਕਿਸੇ ਫਕੀਰ ਵਲੀ ਦੀ। ਸੋ ਇਹ ਲੈਣਾ ਰੱਟ ਲਓ ਕਿਉਂਕਿ ਇਸ ਦੇ ਵਿੱਚੋਂ ਜਿਹੜਾ ਐਗਜ਼ਾਮ ਦੇ ਵਿੱਚ ਆ ਸਕਦੀਆਂ ਨੇ। ਔਰ ਮਿਰਜ਼ਾ ਸਾਹਿਬਾ ਕਿੱਸੇ ਦੀ ਜੇਕਰ ਗੱਲ ਕਰੀਏ ਤਾਂ ਦੋਹਰਾ ਛੰਦ ਦੇ ਵਿੱਚ ਲਿਖਿਆ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 5। ਵਾਰ ਦੇ ਆਮ ਤੌਰ 'ਤੇ ਕਿੰਨੇ ਭਾਗ ਹੁੰਦੇ ਹਨ? ਆਪਸ਼ਨ ਏ ਜੀ 4, ਬੀ ਹੈ ਜੀ 3, ਸੀ ਹੈ 2, ਡੀ ਹੈ ਜੀ 5। ਤਾਂ ਇਹਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਡੀ ਹੈ ਜੀ। ਸੋ 5 ਜਿਹੜੇ ਨੇ ਭਾਗ ਹੁੰਦੇ ਨੇ ਜੀ, ਮੰਗਲਾਚਰਨ, ਸ਼ੰਕਾ ਪੱਖ, ਸੰਘਰਸ਼ ਪੱਖ, ਸਮਾਧਾਨ ਪੱਖ ਅਤੇ ਮਹਾਤਮ ਜੀ। ਕਈ ਵਾਰੀ ਕੁਐਸਚਨ ਆ ਜਾਂਦਾ ਕਿ ਵਾਰ ਦਾ ਸ਼ੁਰੂਆਤ ਜਿਹੜਾ ਕਿਸ ਤੋਂ ਹੁੰਦਾ, ਤਾਂ ਮੰਗਲਾਚਰਨ ਤੋਂ ਹੁੰਦਾ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਹੈ ਜੀ ਚੰਡੀ ਦੀ ਵਾਰ, ਉਸ ਦੇ ਵਿੱਚ ਹੁੰਦਾ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਦਾਸ ਦੇ ਵਿੱਚ ਆਪਾਂ ਸੁਣਦੇ ਹਾਂ ਜੀ। ਸੋ 9 ਗੁਰੂਆਂ ਦਾ ਉਸ ਦੇ ਵਿੱਚ ਜ਼ਿਕਰ ਆਉਂਦਾ। ਸੋ ਮੰਗਲਾਚਰਨ ਹੈ ਜੀ। ਸੋ ਮੰਗਲਾਚਰਨ ਤੋਂ ਜਿਹੜੀ ਵਾਰ ਦੀ ਸ਼ੁਰੂਆਤ ਹੁੰਦੀ ਹੈ। ਔਰ ਵੀਰ ਰਸ ਕਾਵ ਦੇ ਅੰਤਰਗਤ ਆਉਂਦੀਆਂ ਨੇ ਜੀ ਵਾਰਾਂ ਅਤੇ ਜੰਗਨਾਮਾ। ਵਾਰ ਸ਼ਬਦ ਦੀ ਜੇਕਰ ਆਪਾਂ ਉਤਪਤੀ ਦੀ ਗੱਲ ਕਰੀਏ ਤਾਂ ਸੰਸਕ੍ਰਿਤ ਦੀ ਵਰੀ ਧਾਤੂ ਤੋਂ ਹੋਇਆ ਜੀ। ਵਰੀ ਧਾਤੂ ਤੋਂ ਇਸ ਦੀ ਜਿਹੜੀ ਉਤਪਤੀ ਹੋਈ ਹੈ, ਜਿਹਦਾ ਅਰਥ ਹੈ ਵਾਰ ਕਰਨਾ ਜਾਂ ਵਾਰ ਰੋਕਣਾ। ਵਾਰ ਨੂੰ ਜਸ ਦੀ ਕਵਿਤਾ ਵੀ ਕਿਹਾ ਜਾਂਦਾ ਕਿਉਂਕਿ ਇਸ ਵਿੱਚ ਜਿਹੜਾ ਯੋਧੇ ਦੀ ਵੀਰਤਾ ਦਾ ਜਸ ਗਾਇਆ ਜਾਂਦਾ ਹੈ। ਆਮ ਤੌਰ 'ਤੇ ਪੌੜੀਆਂ ਦੇ ਵਿੱਚ ਲਿਖੀ ਜਾਂਦੀ ਹੈ, ਔਰ ਇਹਦੇ ਲਈ ਜਿਹੜੇ ਛੰਦ ਦਾ ਪ੍ਰਯੋਗ ਹੁੰਦਾ ਜ਼ਿਆਦਾਤਰ ਉਹ ਨਿਸ਼ਾਨੀ ਜਾਂ ਸਿਰਖੰਡੀ ਛੰਦ ਦਾ ਜਿਹੜਾ ਪ੍ਰਯੋਗ ਆ ਉਹ ਕੀਤਾ ਜਾਂਦਾ ਵਾਰ ਦੇ ਲਈ ਜੀ। ਅੱਗੇ ਹੈ ਜੀ ਕੁਐਸਚਨ ਨੰਬਰ ਆਪਣਾ 6 ਹੈ ਜੀ। ਗੁਰੂ ਸਾਹਿਬ ਨੇ ਕਿੰਨੀਆਂ ਅਧਿਆਤਮਕ ਵਾਰਾਂ ਦੀ ਰਚਨਾ ਕੀਤੀ ਜੀ? ਆਪਸ਼ਨ ਏ ਜੀ 9, ਬੀ ਹੈ ਜੀ 20, ਸੀ ਹੈ ਜੀ 23, ਡੀ ਹੈ ਜੀ 22। ਸੋ ਗੁਰੂ ਸਾਹਿਬਾਨ ਨੇ 20 ਵਾਰਾਂ ਦੀ ਜਿਹੜੀ ਰਚਨਾ ਕੀਤੀ ਹੈ ਜੀ, ਅਧਿਆਤਮਕ ਵਾਰਾਂ ਦੀ ਰਚਨਾ ਕੀਤੀ ਹੈ, ਔਰ ਉਹ ਕੀਤੀ ਹੈ ਜੀ ਆਪਸ਼ਨ ਡੀ। ਕੁੱਲ 22 ਵਾਰਾਂ ਜਿਹੜੀਆਂ ਨੇ ਗੁਰੂ ਸਾਹਿਬਾਨ ਨੇ ਅਧਿਆਤਮਕ ਵਾਰਾਂ ਲਿਖੀਆਂ ਨੇ, ਜਿਨ੍ਹਾਂ ਦੇ ਵਿੱਚੋਂ 9 ਵਾਰਾਂ ਨੂੰ ਆਦਿ ਕਾਲ ਦੀਆਂ ਜਿਹੜੀਆਂ ਵਾਰਾਂ ਨੇ ਉਹਨਾਂ ਦੀਆਂ ਧੁਨੀਆਂ 'ਤੇ ਗਾਉਣ ਦਾ ਜਿਹੜਾ ਉਪਦੇਸ਼ ਦਿੱਤਾ ਗਿਆ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 7। ਵਾਰਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਵਾਰ ਕਿਸ ਨੂੰ ਮੰਨਿਆ ਜਾਂਦਾ ਹੈ? ਆਪਸ਼ਨ ਏ ਜੀ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ, ਬੀ ਹੈ ਚੰਡੀ ਦੀ ਵਾਰ, ਸੀ ਹੈ ਟੁੰਡੇ ਅਸਰਾਜੇ ਦੀ ਵਾਰ, ਡੀ ਹੈ ਸਿਕੰਦਰ ਇਬਰਾਹਿਮ ਦੀ ਵਾਰ ਜੀ। ਆਨਸਰ ਆਏਗਾ ਆਪਸ਼ਨ ਬੀ ਜੀ ਚੰਡੀ ਦੀ ਵਾਰ, ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚੀ ਗਈ ਹੈ। ਵਾਰਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਉਸ ਨੂੰ ਮੰਨਿਆ ਜਾਂਦਾ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 8 ਹੈ ਜੀ। ਪੰਜਾਬੀ ਵਿੱਚ ਜੰਗਨਾਮੇ ਲਿਖਣ ਦਾ ਆਰੰਭ ਕਦੋਂ ਹੋਇਆ? ਆਪਸ਼ਨ ਹੈ ਜੀ 15ਵੀਂ ਸਦੀ ਦੇ ਅੰਤ ਵਿੱਚ, ਬੀ ਹੈ 16ਵੀਂ ਸਦੀ ਦੇ ਅੰਤ ਵਿੱਚ, ਸੀ ਹੈ ਜੀ 17ਵੀਂ ਸਦੀ ਦੇ ਅੰਤ ਦੇ ਵਿੱਚ, ਔਰ ਡੀ ਹੈ ਜੀ 18ਵੀਂ ਸਦੀ ਦੇ ਅੰਤ ਵਿੱਚ ਜੀ। ਆਨਸਰ ਆਏਗਾ ਜੀ ਆਪਸ਼ਨ ਸੀ ਜੀ 17ਵੀਂ ਸਦੀ ਦੇ ਅੰਤ ਵਿੱਚ ਜਿਹੜਾ ਹੈ ਜੰਗਨਾਮੇ ਲਿਖਣ ਦਾ ਆਰੰਭ ਮੰਨਿਆ ਜਾਂਦਾ ਹੈ ਜੀ। ਸੋ ਪੰਜਾਬੀ ਵਿੱਚ ਜਿਹੜਾ ਹੈ ਜੰਗਨਾਮਾ ਲਿਖਣ ਦੀ ਜੇਕਰ ਆਪਾਂ ਗੱਲ ਕਰੀਏ ਤਾਂ 17ਵੀਂ ਸਦੀ ਦੇ ਅੰਤ ਵਿੱਚ ਪੀਰ ਮੁਹੰਮਦ ਕਾਸਬੀ ਨੇ ਜੰਗਨਾਮਾ ਇਮਾਮ ਹੁਸੈਨ ਲਿਖ ਕੇ ਜਿਹੜਾ ਉਹ ਕੀਤਾ ਸੀ ਜੀ। ਔਰ ਜੰਗਨਾਮੇ ਦੇ ਵਿੱਚ ਵੀ ਵਾਰਾਂ ਦੀ ਤਰ੍ਹਾਂ ਯੁੱਧ ਦਾ ਜਿਹੜਾ ਵਰਣਨ ਹੈ ਉਹ ਹੁੰਦਾ ਹੈ ਜੀ। ਔਰ ਜੰਗਨਾਮਾ ਫਾਰਸੀ ਪ੍ਰਧਾਨ ਸ਼ੈਲੀ ਵਾਲਾ ਕਾਵਿ ਰੂਪ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਆਪਣਾ 9 ਹੈ ਜੀ। ਨਾਦਰ ਸ਼ਾਹ ਦੀ ਵਾਰ ਸੋ ਜੋ ਨਜਾਬਤ ਨੇ ਲਿਖੀ ਹੈ ਜੀ, ਉਹਦੀਆਂ ਕਿੰਨੀਆਂ ਪੌੜੀਆਂ ਪ੍ਰਾਪਤ ਨੇ ਜੀ? ਆਪਸ਼ਨ ਹੈ ਜੀ 87, ਬੀ ਹੈ ਜੀ 86, ਸੀ ਹੈ ਜੀ 105, ਡੀ ਹੈ ਜੀ 85। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਹੈ ਜੀ 86। ਨਾਦਰ ਸ਼ਾਹ ਦੀ ਵਾਰ ਜੋ ਕਿ ਨਜਾਬਤ ਨੇ ਲਿਖੀ ਹੈ ਜੀ, ਜਿਹੜਾ ਜ਼ਿਲ੍ਹਾ ਸ਼ਾਹਪੁਰ ਦਾ ਹਰਲ ਰਾਜਪੂਤ ਮੁਸਲਮਾਨ ਸੀ ਜੀ। ਔਰ ਇਸ ਵਾਰ ਦੇ ਵਿੱਚ ਕੇਵਲ ਕਰਨਾਲ ਦੀ ਲੜਾਈ ਦਾ ਹਾਲ ਹੈ, ਪਰ ਉਸ ਤੋਂ ਮਗਰੋਂ ਹੋਏ ਦਿੱਲੀ ਦੇ ਕਤਲੇਆਮ ਨੂੰ ਜਿਹੜਾ ਬਿਆਨ ਉਹ
नहीं किया गया जी, और ये वार लिखती रूप में नहीं है, सगों पंडित हरी कृष्ण कौल ने पंजाब के मरासियां ते भट्टां कोलों सुन के इसनूं जिहड़ा पहली बार पेश किया सी जी। और इस दे विच जिहड़ा है 86 पौड़ियां ने जी। अगला क्वेश्चन है जी क्वेश्चन नंबर 10, नादर शाह की वार का कथानक है। ऑप्शन ए जी मिथिहासक, बी है इतिहासक, सी है ए ते बी दोनों, डी है जी कोई नहीं। आंसर आएगा ऑप्शन बी जी। सो ਇਹਦਾ ਜਿਹੜਾ कथानक है वो इतिहासक है जी, क्योंकि इस वार ਦੇ ਵਿੱਚ ਜਿਹੜਾ ਨਾਦਰ ਸ਼ਾਹ ਦੁਆਰਾ ਭਾਰਤ ਦੇ ਉੱਤੇ 1739 ਦੇ ਵਿੱਚ ਕੀਤੇ ਹਮਲੇ ਦੇ ਆਧਾਰ ਤੇ ਜਿਹੜਾ ਹੈ 18ਵੀਂ ਸਦੀ ਦੇ ਅੱਧ ਦੇ ਵਿੱਚ ਇਸ ਨੂੰ ਰਚਿਆ ਜਿਹੜਾ ਮੰਨਿਆ ਜਾਂਦਾ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 11 ਜੀ, ਮੌਲਾ ਬਖਸ਼ ਕੁਸ਼ਤਾ ਦੀ ਪੁਸਤਕ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਅਨੁਸਾਰ ਸ਼ਾਹ ਮੁਹੰਮਦ ਦੀ ਮੌਤ ਕਦੋਂ ਹੋਈ? ਤਾਂ ਇਸਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਹੈ ਜੀ। ਸੋ ਜਿਹੜਾ ਹੈ 1864 ਦੇ ਵਿੱਚ ਜੀ। ਕੁਐਸਚਨ ਆ ਸਕਦਾ ਹੈ ਕਿ ਕਿਸ ਦੇ ਅਨੁਸਾਰ 1864 ਈਸਵੀ ਦੇ ਵਿੱਚ ਸ਼ਾਹ ਮੁਹੰਮਦ ਦੀ ਜਿਹੜੀ ਮੌਤ ਹੋਈ ਸੀ, ਤਾਂ ਮੌਲਾ ਬਖਸ਼ ਕੁਸ਼ਤਾ ਦੀ ਪੁਸਤਕ ਜਿਹੜੀ ਹੈ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਉਸ ਦੇ ਅਨੁਸਾਰ ਜੀ। ਔਰ ਜਨਮ ਜਿਹੜਾ ਹੈ 1780-82 ਦੇ ਵਿੱਚ ਮੰਨਿਆ ਜਾਂਦਾ ਹੈ ਜੀ। ਸੋ ਮੌਲਾ ਬਖਸ਼ ਕੁਸ਼ਤਾ ਦੀ ਪੁਸਤਕ ਜਿਹੜੀ ਹੈ ਪੰਜਾਬ ਦੇ ਹੀਰੇ ਉਸ ਦੇ ਅਨੁਸਾਰ ਜੀ। ਔਰ ਇਹਨਾਂ ਦੀ ਜਿਹੜੀ ਰਚਨਾ ਜੇਕਰ ਆਪਾਂ ਗੱਲ ਕਰੀਏ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ, ਜਿਸ ਦੇ ਕਿ 2 ਭਾਗ ਨੇ ਜੀ, ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਪਹਿਲੇ ਭਾਗ ਵਿੱਚ ਅੰਗਰੇਜ਼ਾਂ ਅਤੇ ਸਿੰਘਾਂ ਦੀ ਲੜਾਈ ਦੇ ਕਾਰਨ ਦਾ ਪਿਛੋਕੜ, ਅਤੇ ਦੂਸਰੇ ਭਾਗ ਦੇ ਵਿੱਚ ਲੜਾਈ ਅਤੇ ਉਹਦੇ ਸਿੱਟਿਆਂ ਦਾ ਬਿਰਤਾਂਤ ਹੈ। ਔਰ ਉੱਚ ਕੋਟੀ ਦੀ ਰਚਨਾ ਹੈ ਜੀ ਇਸ ਦੀ, 19ਵੀਂ ਸਦੀ ਦੀ ਸਭ ਤੋਂ ਜਿਹੜੀ ਆ ਉਤਕ੍ਰਿਸ਼ਟ ਰਚਨਾ ਆਪਾਂ ਕਹਿ ਸਕਦੇ ਹਾਂ ਇਸ ਨੂੰ। ਔਰ ਬਹੁਤ ਮਹੱਤਵਪੂਰਨ ਹੈ ਜੀ, ਜਿਸ ਦੇ ਵਿੱਚੋਂ ਆਪਾਂ ਪਹਿਲਾਂ ਵੀ ਕਈ ਲਾਈਨਾਂ ਜਿਹੜੀਆਂ ਪੜ੍ਹੀਆਂ ਨੇ, ਜਿਵੇਂ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਸ਼ਾਹ ਮੁਹੰਮਦ ਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਸੋ ਇਹ ਲਾਈਨਾਂ ਵੀ ਪੁੱਛੀਆਂ ਜਾਂਦੀਆਂ ਨੇ। ਸੋ ਇਸ ਕਰਕੇ ਵਾਰ-ਵਾਰ ਰਿਪੀਟ ਕਰਦੇ ਹਾਂ ਕਿ ਯਾਦ ਹੋ ਜਾਣ ਜੀ। ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ, ਔਰ ਅੱਜ ਹੋਵੇ ਸਰਕਾਰ ਤਾਂ ਮੁੱਲ ਪਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਪੁੱਛਿਆ ਜਾ ਸਕਦਾ ਕਿਸ ਜੰਗਨਾਮੇ 'ਚੋਂ ਲਈਆਂ ਗਈਆਂ ਨੇ? ਜੰਗਨਾਮਾ ਸਿੰਘਾਂ ਅਤੇ ਫਰੰਗੀਆਂ, ਜੋ ਕਿ ਰਚਿਆ ਗਿਆ ਹੈ ਸ਼ਾਹ ਮੁਹੰਮਦ ਦੁਆਰਾ ਜੀ। ਸੋ ਇੱਕ ਹੋਰ ਵੀ ਹੈ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ, ਜਿਹਦਾ ਰਚਿਤ ਜਿਹੜਾ ਮਟਕ ਹੈ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ। ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਜਿਹੜਾ ਸ਼ਾਹ ਮੁਹੰਮਦ ਦੇ ਦੁਆਰਾ ਰਚਿਆ ਗਿਆ ਉਹ ਆਪਣੇ ਸਿਲੇਬਸ ਦੇ ਵਿੱਚ ਹੈ ਜੀ। ਸੋ ਉਸ ਦੇ ਨਾਲ ਰਿਲੇਟਡ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਨੇ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਸੋ ਇਹਦੇ 105 ਜਿਹੜੇ ਕੁੱਲ ਬੰਦ ਨੇ ਜੀ ਇਸ ਜੰਗਨਾਮੇ ਦੇ, ਔਰ 62 ਛੰਦ ਦੇ ਵਿੱਚ ਇਹ ਲਿਖਿਆ ਗਿਆ। ਪਹਿਲਾਂ ਵੈਸੇ ਡਿਸਕਸ ਕਰ ਚੁੱਕੇ ਹਾਂ, ਇਹਦੇ ਨਾਲ ਥੋੜ੍ਹਾ ਰਿਵੀਜ਼ਨ ਹੋ ਜਾਏਗੀ ਜੀ ਆਪਣੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 12, ਦੋਹਾਂ ਦਲੀ ਮੁਕਾਬਲੇ ਰਣ ਸੂਰੇ ਗਰਕਣ, ਚੜ੍ਹ ਤੋਪਾਂ ਗੱਡੀ, ਢੁੱਕੀਆਂ ਸ਼ਬਦ ਆਏਗਾ ਜੀ ਅੱਗੇ, ਢੁੱਕੀਆਂ, ਲੱਖ ਸੰਗਲ ਖੜਕਣ। ਕਾਵ ਪੰਕਤੀਆਂ ਹਨ। ਆਪਸ਼ਨ ਹੈ ਜੀ ਨਾਦਰ ਸ਼ਾਹ ਦੀ ਵਾਰ ਵਿੱਚੋਂ, ਬੀ ਹੈ ਜੀ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ, ਸੀ ਹੈ ਚੰਡੀ ਦੀ ਵਾਰ, ਡੀ ਹੈ ਜੀ ਕੋਈ ਨਹੀਂ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ, ਸੋ ਇਹ ਜਿਹੜੀਆਂ 17 ਨੇ ਉਹ ਨੇ ਨਾਦਰ ਸ਼ਾਹ ਦੀ ਵਾਰ ਦੇ ਵਿੱਚੋਂ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 13 ਜੀ, ਭਾਈ ਵੀਰ ਸਿੰਘ ਨੇ ਨਿਰਗੁਣਿਆਰਾ ਪੱਤਰ ਕਿਸ ਸਾਲ ਜਾਰੀ ਕੀਤਾ? ਆਪਸ਼ਨ ਹੈ ਜੀ 1993, ਬੀ ਹੈ 1992, ਸੀ ਹੈ 1899, ਡੀ ਹੈ 1949। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਜੀ। 1899 ਦੇ ਵਿੱਚ ਭਾਈ ਵੀਰ ਸਿੰਘ ਨੇ ਜਿਹੜਾ ਹੈ ਨਿਰਗੁਣਿਆਰਾ ਪੱਤਰ ਜਾਰੀ ਕੀਤਾ ਸੀ ਜੀ। 1893 ਦੇ ਵਿੱਚ ਉਹਨਾਂ ਨੇ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ ਸੀ। ਔਰ 1892 ਦੀ ਜੇਕਰ ਆਪਾਂ ਗੱਲ ਕੀਤੀ ਤਾਂ ਇਸ ਸਾਲ ਦੇ ਵਿੱਚ ਉਹਨਾਂ ਨੇ ਸਰਦਾਰ ਵਜੀਦ ਸਿੰਘ ਨਾਲ ਰਲ ਕੇ ਵਜ਼ੀਰ ਹਿੰਦ ਪ੍ਰੈਸ ਚਲਾਇਆ ਸੀ। ਔਰ 1949 ਦੀ ਜੇਕਰ ਆਪਾਂ ਗੱਲ ਕਰੀਏ ਤਾਂ 1949 ਦੇ ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਜਿਹੜਾ ਹੈ ਡਾਕਟਰ ਆਫ ਓਰੀਐਂਟਲ ਦੇ ਸਨਮਾਨ ਦੇ ਨਾਲ ਨਵਾਜਿਆ ਗਿਆ ਸੀ ਜੀ। ਦੂਜਾ ਇਸ ਦੇ ਨਾਲ ਇੰਪੋਰਟੈਂਟ ਚੀਜ਼ ਯਾਦ ਰੱਖਣ ਵਾਲੀ ਹੈ ਕਿ ਭਾਈ ਵੀਰ ਸਿੰਘ ਨੂੰ ਜਿਹੜਾ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਅਤੇ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ। ਔਰ ਉਹਨਾਂ ਨੇ 8 ਸਾਲ ਦੀ ਉਮਰ ਵਿੱਚ ਹੀ ਜਿਹੜਾ ਹੈ ਆਦਿ ਗ੍ਰੰਥ ਸਾਹਿਬ ਦਾ ਪਾਠ ਜਿਹੜਾ ਉਹ ਕਰ ਲਿਆ ਸੀ। ਔਰ ਹਰਿੰਦਰ ਨਾਥ ਚਟੋਪਧਿਆਏ ਨੇ ਭਾਈ ਵੀਰ ਸਿੰਘ ਨੂੰ ਜਿਹੜਾ ਪੰਜਾਬ ਦਾ 6ਵਾਂ ਦਰਿਆ ਵੀ ਕਿਹਾ ਜੀ। ਅਗਲਾ ਕੁਐਸਚਨ ਹੈ ਜੀ ਸੌਰੀ ਇਸੇ ਦੇ ਨਾਲ ਇੱਕ ਹੋਰ ਰਿਲੇਟਡ ਚੀਜ਼ ਇੰਪੋਰਟੈਂਟ ਕਿ ਉਹਨਾਂ ਦੀ ਜਿਹੜੀ ਪੁਸਤਕ ਮੇਰੇ ਸਾਈਆਂ ਜੀ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਜਿਹੜਾ ਸਨਮਾਨਿਤ ਉਹ ਕੀਤਾ ਗਿਆ ਸੀ। ਔਰ 1956 ਦੇ ਵਿੱਚ ਭਾਈ ਵੀਰ ਸਿੰਘ ਨੂੰ ਪਦਮ ਭੂਸ਼ਣ ਅਵਾਰਡ ਦੇ ਨਾਲ ਵੀ ਸਨਮਾਨਿਆ ਗਿਆ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ
14 ਭਾਈ ਵੀਰ ਸਿੰਘ ਦੀਆਂ ਨਿੱਕੀਆਂ ਕਵਿਤਾਵਾਂ ਦਾ ਸਭ ਤੋਂ ਪਹਿਲਾ ਸੰਗ੍ਰਹਿ ਕਿਹੜਾ ਸੀ? ਆਪਸ਼ਨ ਏ ਹੈ ਜੀ ਨਨਾਣ ਭਰਜਾਈ, ਬੀ ਹੈ ਜੀ ਦਿਲ ਤਰੰਗ, ਸੀ ਹੈ ਜੀ ਲਹਿਰਾਂ ਦੇ ਹਾਰ, ਡੀ ਹੈ ਜੀ ਤਰੇਲ ਤੁਪਕੇ ਜੀ। ਆਨਸਰ ਹੈ ਜੀ ਆਪਸ਼ਨ ਬੀ ਜੀ। ਸੋ ਦਿਲ ਤਰੰਗ ਉਹਨਾਂ ਦੀਆਂ ਨਿੱਕੀਆਂ ਕਵਿਤਾਵਾਂ ਦਾ ਯਾਦ ਰੱਖਣਾ ਪਹਿਲਾ ਕਾਵਿ ਸੰਗ੍ਰਹਿ ਸੀ ਜੋ 1920 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਜੀ। ਕੁਐਸਚਨ ਨੰਬਰ 15 ਹੈ ਜੀ ਬਿਜਲੀਆਂ ਦੇ ਹਾਰ ਵਿੱਚ ਭਾਈ ਵੀਰ ਸਿੰਘ ਨੇ ਕਿਸ ਤਰ੍ਹਾਂ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਜੀ? ਆਪਸ਼ਨ ਏ ਹੈ ਜੀ ਨਿੱਕੀਆਂ, ਬੀ ਹੈ ਜੀ ਲੰਮੀਆਂ, ਸੀ ਹੈ ਨਿੱਕੀਆਂ ਅਤੇ ਲੰਮੀਆਂ ਦੋਵੇਂ, ਡੀ ਹੈ ਜੀ ਸਾਖੀਆਂ ਕਵਿਤਾਵਾਂ ਵਿੱਚ। ਆਨਸਰ ਆਏਗਾ ਆਪਸ਼ਨ ਸੀ ਜੀ। ਸੋ ਦੋਵਾਂ ਤਰ੍ਹਾਂ ਦੀਆਂ ਨੇ ਜੀ, ਨਿੱਕੀਆਂ ਅਤੇ ਲੰਮੀਆਂ। ਸੋ ਦੋਵਾਂ ਤਰ੍ਹਾਂ ਦੀਆਂ ਬਿਜਲੀਆਂ ਦੇ ਹਾਰ ਕਾਵਿ ਸੰਗ੍ਰਹਿ ਦੇ ਵਿੱਚ ਕਵਿਤਾਵਾਂ ਨੇ ਜੀ। 1927 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਔਰ ਇਸ ਦੇ ਵਿੱਚ ਇੰਪੋਰਟੈਂਟ ਜਿਹੜੀਆਂ ਕਵਿਤਾਵਾਂ ਸੀ ਉਹ ਸੀ ਅਟਕ, ਕੁਤਬ ਦੀ ਲਾਟ ਔਰ ਬੇਲਾ ਭਵਾਨੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 16, ਕਿਸ ਨੂੰ ਧਰਤੀ ਦਾ ਕਵੀ ਕਿਹਾ ਜਾਂਦਾ ਹੈ? ਆਪਸ਼ਨ ਹੈ ਜੀ ਪ੍ਰੋਫੈਸਰ ਪੂਰਨ ਸਿੰਘ, ਬੀ ਹੈ ਜੀ ਪ੍ਰੋਫੈਸਰ ਮੋਹਨ ਸਿੰਘ, ਸੀ ਹੈ ਧਨੀ ਰਾਮ ਚਾਤਰਿਕ, ਡੀ ਹੈ ਜੀ ਨੰਦ ਲਾਲ ਨੂਰਪੁਰੀ। ਤਾਂ ਇਸ ਦਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਜੀ। ਧਨੀ ਰਾਮ ਚਾਤਰਿਕ ਨੂੰ ਜਿਹੜਾ ਹੈ ਧਰਤੀ ਦਾ ਕਵੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਰਚਨਾ ਦੇ ਵਿੱਚ ਅਰਸ਼ਾਂ ਦੇ ਜ਼ਿਕਰ ਦੀ ਥਾਂ ਫਰਸ਼ਾਂ ਦਾ ਜ਼ਿਕਰ ਹੈ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 17, ਧਨੀ ਰਾਮ ਚਾਤਰਿਕ ਨੇ ਉਪਨਾਮ ਚਾਤਰਿਕ ਪਹਿਲੀ ਵਾਰ ਕਿਸ ਰਚਨਾ ਵਿੱਚ ਵਰਤਿਆ? ਆਪਸ਼ਨ ਹੈ ਜੀ ਚੰਦਨਵਾੜੀ, ਬੀ ਹੈ ਜੀ ਭਰਥਰੀ ਹਰੀ, ਸੀ ਹੈ ਜੀ ਕੇਸਰ ਕਿਆਰੀ, ਡੀ ਹੈ ਜੀ ਨਵਾਂ ਜਹਾਨ। ਤਾਂ ਇਸ ਦਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ। ਭਰਥਰੀ ਹਰੀ ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜਾ ਹੈ ਆਪਣਾ ਉਪਨਾਮ ਚਾਤਰਿਕ ਉਹ ਵਰਤਿਆ ਸੀ ਔਰ ਉਹਨਾਂ ਦੀ ਇਹ ਪਹਿਲੀ ਪੁਸਤਕ ਸੀ ਜੋ 1905 ਦੇ ਵਿੱਚ ਪ੍ਰਕਾਸ਼ਿਤ ਹੋਈ ਜੀ। ਕੁਐਸਚਨ ਨੰਬਰ ਅੱਗੇ 18 ਹੈ ਜੀ ਸਨ 1931 ਵਿੱਚ ਚਾਤਰਿਕ ਦੇ ਪ੍ਰਕਾਸ਼ਿਤ ਹੋਏ ਕਾਵਿ ਸੰਗ੍ਰਹਿ ਚੰਦਨਵਾੜੀ ਦਾ ਮੁੱਖ ਬੰਦ ਅਤੇ ਭੂਮਿਕਾ ਕਿਸ ਨੇ ਲਿਖੀ? ਆਪਸ਼ਨ ਹੈ ਜੀ ਪ੍ਰੋਫੈਸਰ ਪੂਰਨ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਬੀ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਭਾਈ ਵੀਰ ਸਿੰਘ, ਸੀ ਹੈ ਭਾਈ ਵੀਰ ਸਿੰਘ ਅੰਮ੍ਰਿਤਾ ਪ੍ਰੀਤਮ, ਡੀ ਹੈ ਜੀ ਭਾਈ ਵੀਰ ਸਿੰਘ ਕਾਨ ਸਿੰਘ ਨਾਭਾ ਜੀ। ਸੋ ਇੱਕ ਤਾਂ ਇਸ ਦੇ ਨਾਲ ਆਪਣਾ ਇਹ ਕੁਐਸਚਨ ਹੋ ਜਾਊਗਾ ਚੰਦਨਵਾੜੀ ਜਿਹੜੀ ਪੁਸਤਕ ਹੈ ਕਿਸ ਦੀ ਲਿਖੀ ਹੋਈ ਹੈ? ਸੋ ਉਹ ਹੈ ਜੀ ਧਨੀ ਰਾਮ ਚਾਤਰਿਕ ਦੀ ਜੀ। ਕਦੋਂ ਪ੍ਰਕਾਸ਼ਿਤ ਹੋਈ? ਸਨ 1931 ਦੇ ਵਿੱਚ ਜੀ। ਔਰ ਇਸ ਦਾ ਜਿਹੜਾ ਮੁੱਖ ਬੰਦ ਅਤੇ ਭੂਮਿਕਾ ਲਿਖੀ ਸੀ ਜੀ ਕ੍ਰਮਵਾਰ ਜਿਹੜਾ ਮੁੱਖ ਬੰਦ ਆ ਭਾਈ ਵੀਰ ਸਿੰਘ ਨੇ ਔਰ ਭੂਮਿਕਾ ਲਿਖੀ ਸੀ ਜੀ ਕਾਨ ਸਿੰਘ ਨਾਭਾ ਜੀ ਨੇ। ਸੋ ਆਪਸ਼ਨ ਡੀ ਜਿਹੜਾ ਹੈ ਸਾਡਾ ਆਨਸਰ ਆਊਗਾ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 19, ਕਲਗੀਧਰ ਕੌਤਕ ਲੰਮੀ ਕਵਿਤਾ ਦਾ ਲੇਖਕ ਹੈ? ਆਪਸ਼ਨ ਹੈ ਜੀ ਚਰਨ ਸਿੰਘ ਸ਼ਹੀਦ, ਬੀ ਹੈ ਭਾਈ ਵੀਰ ਸਿੰਘ, ਸੀ ਹੈ ਜੀ ਭਾਈ ਕਾਨ ਸਿੰਘ ਨਾਭਾ, ਡੀ ਹੈ ਜੀ ਪ੍ਰੋਫੈਸਰ ਪੂਰਨ ਸਿੰਘ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਏ ਹੈ ਜੀ। ਸਰਦਾਰ ਚਰਨ ਸਿੰਘ ਸ਼ਹੀਦ ਦੀ ਲਿਖੀ ਹੋਈ ਹੈ ਜੀ ਇਹ ਕਵਿਤਾ, ਲੰਮੀ ਕਵਿਤਾ ਹੈ ਜੀ ਔਰ ਇਸ ਪੁਸਤਕ ਦੇ ਵਿੱਚ ਜਿਹੜਾ ਹੈ ਰਾਜਾ ਫਤਿਹ ਸਿੰਘ ਅਤੇ ਉਸ ਦੀ ਰਾਣੀ ਦੀ ਗੁਰੂ ਗੋਬਿੰਦ ਸਿੰਘ ਨਾਲ ਬਚਪਨ ਵਿੱਚ ਪਏ ਵਿਛੋੜੇ ਦੀ ਜਿਹੜੀ ਬਿਹਵਲਤਾ ਅਤੇ ਰਾਜਾ ਸ਼ਿਦਵਤ ਦੀ ਅਰਜ਼ੋਈ ਉੱਤੇ ਲਿਖੀ ਜਿਹੜੀ ਹੈ ਲੰਮੀ ਕਵਿਤਾ ਹੈ। ਧਾਰਮਿਕ ਰੰਗ ਵਾਲੀ ਹੈ, ਸ਼ਰਧਾ ਪ੍ਰੇਮ ਅਤੇ ਕੁਰਬਾਨੀ ਦਾ ਪ੍ਰਤੀਕ ਹੈ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 20, ਪਟੇ ਵਾਲਾ ਕੁੱਤਾ ਅਤੇ ਕਲੰਦਰ ਦਾ ਬਾਂਦਰ ਕਵਿਤਾਵਾਂ ਦਾ ਲੇਖਕ ਹੈ? ਆਪਸ਼ਨ ਹੈ ਜੀ ਅੰਮ੍ਰਿਤਾ ਪ੍ਰੀਤਮ, ਬੀ ਹੈ ਗਿਆਨੀ ਹੀਰਾ ਸਿੰਘ ਦਰਦ, ਸੀ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਡੀ ਹੈ ਸਰਦਾਰ ਚਰਨ ਸਿੰਘ ਸ਼ਹੀਦ ਜੀ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਲਿਖੀ ਹੋਈ ਇਹ ਕਵਿਤਾਵਾਂ ਨੇ ਜੀ। ਔਰ ਡਾਕਟਰ ਸਾਹਿਬ ਭਾਵੇਂ ਸਰਕਾਰੀ ਨੌਕਰੀ ਕਰਦੇ ਸੀ ਪਰ ਉਹਨਾਂ ਦੀ ਲੇਖਣੀ ਦੇ ਵਿੱਚ ਜਿਹੜਾ ਹੈ ਆਜ਼ਾਦੀ ਦਾ ਜਿਹੜਾ ਜਜ਼ਬਾ ਉਹ ਪ੍ਰਮੁੱਖ ਸੀ ਜੀ। ਔਰ ਇਸ ਸੰਬੰਧੀ ਉਹਨਾਂ ਦੀਆਂ ਕਵਿਤਾਵਾਂ ਪਟੇ ਵਾਲਾ ਕੁੱਤਾ ਔਰ ਕਲੰਦਰ ਦਾ ਬਾਂਦਰ ਜਿਹੜਾ ਉਹ ਪ੍ਰਮੁੱਖ ਨੇ ਜੀ। ਇਸ ਤੋਂ ਇਲਾਵਾ ਉਹਨਾਂ ਦੇ ਪ੍ਰਮੁੱਖ ਜਿਹੜੇ ਕਾਵਿ ਸੰਗ੍ਰਹਿ ਸੀ ਜੀ ਵਗਦੇ ਪਾਣੀ, ਜਿਉਂਦੇ ਜੀ ਜਿਹੜੀ ਉਹਨਾਂ ਦੀ ਛਪੀ ਔਰ ਉਸ ਤੋਂ ਬਾਅਦ ਹੈ ਅੰਤਿਮ ਲਹਿਰਾਂ, ਮਲਿਆਂ ਦੇ ਬੇਰ, ਇਹ ਪ੍ਰਮੁੱਖ ਜਿਹੜੇ ਉਹਨਾਂ ਦੇ ਕਾਵਿ ਸੰਗ੍ਰਹਿ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 21, ਗੀਤਾਂ ਦਾ ਬਾਦਸ਼ਾਹ ਕਿਸ ਕਵੀ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਜੀ ਅੰਮ੍ਰਿਤਾ ਪ੍ਰੀਤਮ, ਬੀ ਹੈ ਬਾਵਾ ਬਲਵੰਤ, ਸੀ ਹੈ ਜੀ ਅਵਤਾਰ ਪਾਸ਼, ਡੀ ਹੈ ਜੀ ਕੋਈ ਨਹੀਂ। ਸੋ ਆਨਸਰ ਆਏਗਾ ਜੀ ਆਪਸ਼ਨ ਡੀ ਜੀ। ਸੋ ਇਹਨਾਂ ਵਿੱਚੋਂ ਕੋਈ ਨਹੀਂ। ਸੋ ਗੀਤਾਂ ਦਾ ਬਾਦਸ਼ਾਹ ਜਿਹੜਾ ਹੈ ਨੰਦ ਲਾਲ ਨੂਰਪੁਰੀ ਜੀ ਨੂੰ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਪ੍ਰਮੁੱਖ ਦੇਣ ਹੈ ਉਹ ਗੀਤ ਕਾਵਿ ਹੈ ਜੀ ਔਰ ਇਸੇ ਕਰਕੇ ਉਹਨਾਂ ਨੂੰ ਗੀਤਾਂ ਦਾ ਬਾਦਸ਼ਾਹ ਜਿਹੜਾ ਹੈ ਕਿਹਾ ਜਾਂਦਾ ਹੈ ਜੀ। ਔਰ ਜਿਵੇਂ ਪ੍ਰਮੁੱਖ ਨੇ ਜੀ 94 ਕੁ ਸ਼ੌਂਕਣ ਮੇਲੇ ਦੀ, ਗੋਰੀ ਦੀਆਂ ਝਾਂਜਰਾਂ, ਇੱਥੋਂ ਉੱਡ ਜਾ ਭੋਲਿਆ ਪੰਛੀਆਂ,
ਕਾਨੂੰ ਵੇ ਪਿੱਪਲਾ ਖੜਖੜ ਲਾਈ ਆ ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ। ਸੋ ਇੱਦਾਂ ਦੇ ਜਿਹੜੇ ਪ੍ਰਮੁੱਖ ਮਸ਼ਹੂਰ ਗੀਤ ਨੇ ਉਹ ਨੰਦ ਲਾਲ ਨੂਰਪੁਰੀ ਜੀ ਦੇ ਲਿਖੇ ਹੋਏ ਨੇ। ਔਰ ਉਸਨੇ ਜਿਹੜਾ ਹੈ ਮੰਗਤੀ ਅਤੇ ਵਲੈਤ ਪਾਸ ਨਾਂ ਦੀ ਜਿਹੜੀ ਫਿਲਮ ਹੈ ਉਸ ਦੇ ਵਿੱਚ ਗੀਤ ਗਾਏ, ਜਿਸ ਦੇ ਨਾਲ ਉਹਨਾਂ ਨੂੰ ਜਿਹੜੀ ਕਾਫੀ ਪ੍ਰਸਿੱਧੀ ਮਿਲੀ ਸੀ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ ਆਪਣਾ 22 ਹੈ ਜੀ। ਭਾਸ਼ਾ ਵਿਭਾਗ ਪੰਜਾਬ ਨੇ ਨੰਦ ਲਾਲ ਨੂਰਪੁਰੀ ਨੂੰ ਕਦੋਂ ਉੱਤਮ ਕਵੀ ਦੇ ਤੌਰ 'ਤੇ ਸਨਮਾਨਿਤ ਕੀਤਾ ਜੀ? ਆਪਸ਼ਨ ਹੈ ਜੀ 1962, ਬੀ ਹੈ ਜੀ 1960, ਸੀ ਹੈ ਜੀ 1972, ਡੀ ਹੈ ਜੀ 1965। ਆਨਸਰ ਆਏਗਾ ਜੀ ਆਪਸ਼ਨ ਬੀ ਜੀ। 1960 ਦੇ ਵਿੱਚ ਭਾਸ਼ਾ ਵਿਭਾਗ ਨੇ ਜਿਹੜਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਜੀ ਉੱਤਮ ਕਵੀ ਦੇ ਤੌਰ 'ਤੇ। ਸੁਗਾਤ ਕਾਵ ਸੰਗ੍ਰਹਿ ਦੇ ਖਰੜੇ ਨੂੰ ਜਿਹੜਾ ਹੈ ਸ਼੍ਰੋਮਣੀ ਕਾਵ ਜਿਹੜਾ ਕਰਾਰ ਉਹ ਦਿੱਤਾ ਗਿਆ ਸੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 23। ਪ੍ਰੀਤਮ ਸਿੰਘ ਸਫੀਰ ਦੀ ਕਿਸ ਰਚਨਾ ਨੂੰ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲਿਆ? ਆਪਸ਼ਨ ਹੈ ਜੀ ਪਾਪ ਦੇ ਸੋਲੇ, ਬੀ ਹੈ ਜੀ ਰਕਤ ਬੂੰਦਾਂ, ਸੀ ਹੈ ਜੀ ਅਨਕ ਵਿਸਥਾਰ, ਡੀ ਹੈ ਜੀ ਆਪੇ ਬਹੁ ਰੰਗੀ ਜੀ। ਆਨਸਰ ਆਏਗਾ ਆਪਸ਼ਨ ਸੀ ਜੀ। ਅਨਕ ਵਿਸਥਾਰ ਨੂੰ ਜਿਹੜਾ ਹੈ 1980 ਦੇ ਵਿੱਚ ਜੋ ਪ੍ਰਕਾਸ਼ਿਤ ਹੋਈ ਸੀ ਉਸ ਨੂੰ ਜਿਹੜਾ ਹੈ ਭਾਰਤੀ ਸਾਹਿਤ ਅਕਾਦਮੀ ਜਿਹੜਾ ਹੈ ਅਵਾਰਡ ਮਿਲਿਆ ਸੀ ਪ੍ਰੀਤਮ ਸਿੰਘ ਸਫੀਰ ਦੀ ਪੁਸਤਕ ਨੂੰ। ਇਸ ਤੋਂ ਇਲਾਵਾ ਜਿਹੜਾ ਹੈ ਪੁੱਛਿਆ ਜਾ ਸਕਦਾ ਕਿ ਪਾਪ ਦੇ ਸੋਲੇ ਕਦੋਂ ਪ੍ਰਕਾਸ਼ਿਤ ਹੋਈ? 1942 ਦੇ ਵਿੱਚ, ਰਕਤ ਬੂੰਦਾਂ 1946 ਦੇ ਵਿੱਚ, ਔਰ ਆਪੇ ਬਹੁਰੰਗੀ 1998 ਦੇ ਵਿੱਚ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 24। ਵਿਧਾਤਾ ਸਿੰਘ ਤੀਰ ਨੇ ਕਿਸ ਲੇਖਕ ਦੀਆਂ ਫਾਰਸੀ ਗਜ਼ਲਾਂ ਦਾ ਸੱਚੀ ਪ੍ਰੀਤ ਸਰਲੇਖ ਅਧੀਨ ਪੰਜਾਬੀ ਵਿੱਚ ਅਨੁਵਾਦ ਕੀਤਾ ਜੀ? ਆਪਸ਼ਨ ਹੈ ਜੀ ਨੰਦ ਲਾਲ ਗੋਇਆ, ਬੀ ਹੈ ਜੀ ਫਰਹਾਨ ਅਹਿਮਦ, ਸੀ ਹੈ ਗੁਰਪਾਲ ਧਾਲੀਵਾਲ, ਡੀ ਹੈ ਜੀ ਸ਼ਿਵ ਕੁਮਾਰ। ਤਾਂ ਇਸਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਏ ਜੀ। ਨੰਦ ਲਾਲ ਗੋਇਆ ਦੀ ਜਿਹੜੀ ਹੈ ਪੁਸਤਕ ਫਾਰਸੀ ਗਜ਼ਲਾਂ ਸੀ ਜੀ, ਜਿਨ੍ਹਾਂ ਨੂੰ ਸੱਚੀ ਪ੍ਰੀਤ ਦੇ ਸਰਲੇਖ ਅਧੀਨ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਸੀ ਜੀ। ਅੱਗੇ ਹੈ ਜੀ ਕੁਐਸਚਨ ਨੰਬਰ ਆਪਣਾ 25 ਹੈ ਜੀ। ਕਿਸ ਕਾਵਿ ਸੰਗ੍ਰਹਿ ਵਿੱਚ ਬਾਵਾ ਬਲਵੰਤ ਨੇ ਆਪਣੀਆਂ 4 ਪੁਸਤਕਾਂ ਮਹਾਨਾਚ, ਅਮਰ ਗੀਤ, ਜਵਾਲਾਮੁਖੀ, ਬੰਦਰਗਾਹ ਵਿੱਚੋਂ ਚੋਣਵੀਆਂ ਕਵਿਤਾਵਾਂ ਪ੍ਰਕਾਸ਼ਿਤ ਕੀਤੀਆਂ? ਆਪਸ਼ਨ ਹੈ ਜੀ ਸੁਗੰਧ ਸਮੀਰ, ਬੀ ਹੈ ਜੀ ਕਾਵਿ ਸਾਗਰ, ਸੀ ਹੈ ਜੀ ਸਦਾ ਬਹਾਰ, ਡੀ ਹੈ ਜੀ ਯੁੱਗ ਚੇਤਨਾ। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ ਕਾਵਿ ਸਾਗਰ। 1954 ਦੇ ਵਿੱਚ ਪਹਿਲੀ ਵਾਰ ਜਿਹੜਾ ਇਹ ਪ੍ਰਕਾਸ਼ਿਤ ਹੋਇਆ ਸੀ ਜੀ। ਕਈ ਵਾਰੀ ਕੁਐਸਚਨ ਆ ਜਾਂਦਾ ਕਿ ਕਾਵਿ ਸਾਗਰ ਕੀ ਹੈ, ਤਾਂ ਕਾਵਿ ਸਾਗਰ ਕੀ ਹੈ? ਬਾਵਾ ਬਲਵੰਤ ਦਾ 94 ਕਵਿਤਾਵਾਂ ਦਾ ਕਾਵਿ ਸੰਗ੍ਰਹਿ ਹੈ ਜੀ। ਸੋ ਇਸ ਦੇ ਨਾਲ ਹੀ ਤੁਸੀਂ ਇਹ ਵੀ ਚੀਜ਼ਾਂ ਨੂੰ ਨਾਲ ਯਾਦ ਰੱਖ ਸਕਦੇ ਹੋ ਕਿ ਮਹਾਨਾਚ ਕਦੋਂ ਪ੍ਰਕਾਸ਼ਿਤ ਹੋਇਆ? 1941 ਦੇ ਵਿੱਚ। ਅਮਰ ਗੀਤ ਕਦੋਂ ਪ੍ਰਕਾਸ਼ਿਤ ਹੋਇਆ? 1942 'ਚ। ਜਵਾਲਾਮੁਖੀ ਕਦੋਂ? 1943 'ਚ। ਔਰ ਬੰਦਰਗਾਹ 1951 ਦੇ ਵਿੱਚ। ਜਾਂ ਕੁਐਸਚਨ ਆ ਜਾਂਦਾ ਕਿ ਮਹਾਨਾਚ ਜਾਂ ਅਮਰ ਗੀਤ, ਜਵਾਲਾਮੁਖੀ, ਬੰਦਰਗਾਹ ਕਿਸ ਦੇ ਕਾਵਿ ਸੰਗ੍ਰਹਿ ਨੇ? ਬਾਵਾ ਬਲਵੰਤ ਦੇ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 26। ਕਾਗਜ਼ ਤੇ ਕੈਨਵਸ ਲਈ ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਪੁਰਸਕਾਰ ਕਦੋਂ ਮਿਲਿਆ? ਆਪਸ਼ਨ ਹੈ ਜੀ 1985, ਬੀ ਹੈ ਜੀ 1982, ਸੀ ਹੈ ਜੀ 1943, ਡੀ ਹੈ ਜੀ 1973 ਜੀ। ਤਾਂ ਇਸਦਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ। 1982 ਦੇ ਵਿੱਚ ਜਿਹੜਾ ਹੈ ਉਹਨਾਂ ਦੇ ਕਾਗਜ਼ ਤੇ ਕੈਨਵਸ ਨੂੰ ਜਿਹੜਾ ਹੈ ਗਿਆਨਪੀਠ ਪੁਰਸਕਾਰ ਮਿਲਿਆ ਸੀ ਜੀ। 114 ਕਵਿਤਾਵਾਂ ਦਾ ਸੰਗ੍ਰਹਿ ਹੈ ਜੀ। ਔਰ ਹੋਰ ਇਸ ਦੇ ਨਾਲ ਇੰਪੋਰਟੈਂਟ ਕੁਐਸਚਨ ਆਪਾਂ ਪਹਿਲਾਂ ਕਰ ਚੁੱਕੇ ਹਾਂ ਜੀ। ਸੋ ਅੰਮ੍ਰਿਤਾ ਪ੍ਰੀਤਮ ਜੀ ਨੇ ਜਿਹੜਾ ਆਪਣਾ ਕਾਵਿ ਸਫ਼ਰ ਹੈ ਉਸ ਦੀ ਸ਼ੁਰੂਆਤ ਉਹਨਾਂ ਨੇ ਠੰਡੀਆਂ ਕਿਰਨਾਂ ਕਾਵਿ ਸੰਗ੍ਰਹਿ ਤੋਂ ਕੀਤੀ ਸੀ, ਜੋ 1935 'ਚ ਪ੍ਰਕਾਸ਼ਿਤ ਹੋਇਆ ਸੀ ਜੀ। ਔਰ ਉਸ ਤੋਂ ਬਾਅਦ ਹੋਰ ਇੰਪੋਰਟੈਂਟ ਕੁਐਸਚਨ ਜਿਵੇਂ ਆਪਾਂ ਕਰ ਲਿਆ ਸੀ ਕਿ ਅੰਮ੍ਰਿਤਾ ਪ੍ਰੀਤਮ ਨੂੰ ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬ ਦੀ ਆਵਾਜ਼ ਕਿਹਾ ਜੀ। ਔਰ ਭਾਰਤੀ ਸਾਹਿਤ ਅਕਾਦਮੀ ਵੱਲੋਂ ਉਹਨਾਂ ਨੂੰ 1556 ਦੇ ਵਿੱਚ ਉਹਨਾਂ ਦੀ ਪੁਸਤਕ ਜਿਹੜੀ ਸੁਨੇੜੇ ਆ ਉਸ ਦੇ ਲਈ ਸਨਮਾਨਿਤ ਕੀਤਾ ਗਿਆ ਜੀ। ਭਾਸ਼ਾ ਵਿਭਾਗ ਵੱਲੋਂ ਜਿਹੜਾ ਉਹਨਾਂ ਨੂੰ 1957 ਦੇ ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਇਨਾਮ ਹਾਸਲ ਹੋਇਆ। ਔਰ 1969 ਦੇ ਵਿੱਚ 69 ਦੇ ਵਿੱਚ ਜਿਹੜਾ ਉਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਸੋ ਇਹ ਕੁਐਸਚਨ ਇੱਦਾਂ ਦੇ ਜਿਹੜੇ ਇੰਪੋਰਟੈਂਟ ਆਪਾਂ ਕਾਫੀ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਆਪਾਂ ਵੀ ਪੜ੍ਹ ਚੁੱਕੇ ਹਾਂ ਇਸ ਤੋਂ ਪਹਿਲਾਂ ਕਿ ਸੰਨ 2003 ਵਿੱਚ ਉਹਨਾਂ ਦੇ ਨਾਵਲ ਪਿੰਜਰ ਦੇ ਉੱਤੇ ਜਿਹੜਾ ਚੰਦਰ ਪ੍ਰਕਾਸ਼ ਦਿਵੇਦੀ ਨੇ ਇੱਕ ਜਿਹੜੀ ਹੈ ਫੀਚਰ ਫਿਲਮ ਵੀ ਬਣਾਈ ਹੈ ਜੀ। ਔਰ 2004 ਦੇ ਵਿੱਚ ਉਹਨਾਂ ਨੂੰ ਪਦਮ ਵਿਭੂਸ਼ਣ ਜਿਹੜਾ ਅਵਾਰਡ ਉਹ ਮਿਲਿਆ ਸੀ ਜੀ। ਸੋ ਕਾਫੀ ਜਿਹੜੇ ਕੁਐਸਚਨ ਇਸ ਤੋਂ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਜੀ। ਔਰ ਅੰਮ੍ਰਿਤਾ ਪ੍ਰੀਤਮ ਜੀ ਜਿਹੜੇ ਹੈ 31 ਅਕਤੂਬਰ 2005 ਨੂੰ
ਸਾਨੂੰ ਜਿਹੜਾ ਹਮੇਸ਼ਾ ਲਈ ਅਲਵਿਦਾ ਕਹਿ ਗਏ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 27 ਜੀ। ਸ਼ਿਵ ਕੁਮਾਰ ਨੇ ਕਿਸ ਕਾਵਿ ਸੰਗ੍ਰਹਿ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨ ਹਾਸਲ ਹੋਇਆ ਜੀ? ਆਪਸ਼ਨ ਏ ਹੈ ਜੀ ਲਾਜਵੰਤੀ 1961, ਬੀ ਹੈ ਜੀ ਮੈਨੂੰ ਵਿਦਾ ਕਰੋ 1963, ਸੀ ਹੈ ਜੀ ਆਟੇ ਦੀਆਂ ਚਿੜੀਆਂ 1962, ਡੀ ਹੈ ਜੀ ਉਪਰੋਕਤ ਸਾਰੇ ਜੀ। ਆਨਸਰ ਆਏਗਾ ਆਪਸ਼ਨ ਸੀ ਜੀ ਆਟੇ ਦੀਆਂ ਚਿੜੀਆਂ ਨੂੰ ਜਿਹੜਾ ਭਾਸ਼ਾ ਵਿਭਾਗ ਵੱਲੋਂ ਸਨਮਾਨ ਮਿਲਿਆ ਜੀ। ਔਰ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਕਿ ਲਾਜਵੰਤੀ ਪ੍ਰਕਾਸ਼ਿਤ ਹੋਇਆ 1961 'ਚ, ਮੈਨੂੰ ਵਿਦਾ ਕਰੋ 1963 ਦੇ ਵਿੱਚ ਜੀ। ਔਰ ਆਟੇ ਦੀਆਂ ਚਿੜੀਆਂ ਪ੍ਰਕਾਸ਼ਿਤ ਹੋਇਆ ਸੀ 1962 ਦੇ ਵਿੱਚ ਜੀ। ਕੁਐਸਚਨ ਨੰਬਰ ਅੱਗੇ 28 ਜੀ। ਸ਼ਿਵ ਕੁਮਾਰ ਬਟਾਲਵੀ ਦਾ ਦੂਜਾ ਕਾਵਿ ਸੰਗ੍ਰਹਿ ਹੈ। ਆਪਸ਼ਨ ਏ ਜੀ ਪੀੜਾਂ ਦਾ ਪਰਾਗਾ, ਬੀ ਹੈ ਜੀ ਮੈਂ ਤੇ ਮੈਂ, ਸੀ ਹੈ ਜੀ ਲਾਜਵੰਤੀ, ਡੀ ਹੈ ਜੀ ਬਿਰਹਾ ਤੂੰ ਸੁਲਤਾਨ। ਆਨਸਰ ਆਏਗਾ ਆਪਸ਼ਨ ਸੀ ਜੀ ਲਾਜਵੰਤੀ ਜਿਹੜਾ ਹੈ ਸ਼ਿਵ ਕੁਮਾਰ ਬਟਾਲਵੀ ਜੀ ਦਾ ਪਹਿਲਾ ਕਾਵਿ ਸੰਗ੍ਰਹਿ ਆ ਜੀ। ਔਰ 1961 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਸੌਰੀ ਦੂਜਾ ਜੀ, ਲਾਜਵੰਤੀ ਦੂਜਾ, ਬਾਏ ਮਿਸਟੇਕ ਜਿਹੜਾ ਹੈ ਗਲਤੀ ਨਾਲ ਬੋਲਿਆ ਗਿਆ ਜੀ। ਦੁਬਾਰਾ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੇ ਜੀ ਇਸ ਚੀਜ਼ ਨੂੰ ਕਿ ਸ਼ਿਵ ਕੁਮਾਰ ਬਟਾਲਵੀ ਦਾ ਜਿਹੜਾ ਦੂਜਾ ਕਾਵਿ ਸੰਗ੍ਰਹਿ ਹੈ ਉਹ ਲਾਜਵੰਤੀ ਹੈ, 1961 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਪਹਿਲਾ ਕਾਵਿ ਸੰਗ੍ਰਹਿ ਜੇਕਰ ਪੁੱਛਿਆ ਜਾਏ ਤਾਂ ਉਹ ਹੈ ਪੀੜਾਂ ਦਾ ਪਰਾਗਾ, ਜੋ ਕਿ 1960 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 29। ਸ਼ਿਵ ਕੁਮਾਰ ਦੀ ਮੌਤ ਉਪਰੰਤ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਹੈ। ਆਪਸ਼ਨ ਏ ਹੈ ਜੀ ਮੈਨੂੰ ਵਿਦਾ ਕਰੋ, ਬੀ ਹੈ ਜੀ ਮੈਂ ਤੇ ਮੈਂ, ਸੀ ਹੈ ਜੀ ਅਲਵਿਦਾ, ਡੀ ਹੈ ਜੀ ਦਰਦਮੰਦਾਂ ਦੀਆਂ ਆਹੀ। ਆਨਸਰ ਆਏਗਾ ਜੀ ਆਪਸ਼ਨ ਸੀ ਜੀ। ਸੋ 1974 ਦੇ ਵਿੱਚ ਜਿਹੜਾ ਹੈ ਪ੍ਰਕਾਸ਼ਿਤ ਹੋਇਆ ਸੀ ਜੀ ਅਲਵਿਦਾ, ਜੋ ਕਿ ਅਣਛਪੀਆਂ ਕਵਿਤਾਵਾਂ ਸੀ ਉਹਨਾਂ ਦੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ। ਔਰ ਜੇਕਰ ਮੌਤ ਦੀ ਗੱਲ ਕਰੀਏ ਤਾਂ ਸ਼ਿਵ ਕੁਮਾਰ ਜੀ ਦੀ ਮੌਤ ਜਿਹੜੀ ਹੈ 7 ਮਈ 1973 ਨੂੰ ਹੋਈ ਸੀ ਜੀ। ਕੁਐਸਚਨ ਨੰਬਰ 30 ਹੈ ਜੀ। ਨਾ ਇਹ ਗੀਤ ਨਾ ਇਹ ਬਿਰੜਾ ਕਾਵਿ ਸੰਗ੍ਰਹਿ ਦਾ ਲੇਖਕ ਹੈ। ਆਪਸ਼ਨ ਏ ਹੈ ਜੀ ਅੰਮ੍ਰਿਤਾ ਪ੍ਰੀਤਮ, ਬੀ ਹੈ ਸ਼ਿਵ ਕੁਮਾਰ ਬਟਾਲਵੀ, ਸੀ ਹੈ ਅਵਤਾਰ ਪਾਸ਼, ਡੀ ਹੈ ਜੀ ਜਸਵੰਤ ਸਿੰਘ ਨੇਕੀ। ਆਨਸਰ ਆਏਗਾ ਆਪਸ਼ਨ ਡੀ ਜੀ ਜਸਵੰਤ ਸਿੰਘ ਨੇਕੀ ਦਾ ਕਾਵਿ ਸੰਗ੍ਰਹਿ ਜੀ ਨਾ ਇਹ ਗੀਤ ਨਾ ਬਿਰੜਾ ਪ੍ਰਕਾਸ਼ਿਤ ਹੋਇਆ ਸੀ ਜੀ 1984 ਦੇ ਵਿੱਚ। ਕੁਐਸਚਨ ਨੰਬਰ 31 ਹੈ ਜੀ। ਹਰ ਮੋੜ ਤੇ ਸਲੀਬਾਂ ਕਾਵਿ ਸੰਗ੍ਰਹਿ ਦਾ ਲੇਖਕ ਹੈ। ਆਪਸ਼ਨ ਏ ਜੀ ਡਾਕਟਰ ਜਗਤਾਰ, ਬੀ ਹੈ ਅਵਤਾਰ ਪਾਸ਼, ਸੀ ਹੈ ਵਿਧਾਤਾ ਸਿੰਘ, ਡੀ ਹੈ ਜੀ ਡਾਕਟਰ ਦੀਵਾਨ ਸਿੰਘ ਕਾਲੇਪਾਨੀ। ਆਨਸਰ ਆਏਗਾ ਆਪਸ਼ਨ ਏ ਜੀ ਡਾਕਟਰ ਜਗਤਾਰ ਦਾ ਜਿਹੜਾ ਕਾਵਿ ਸੰਗ੍ਰਹਿ ਹੈ ਜੀ ਹਰ ਮੋੜ ਤੇ ਸਲੀਬਾਂ, ਔਰ 2003 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀ ਜੀ। ਕੁਐਸਚਨ ਨੰਬਰ 32 ਹੈ। ਜਗਤਾਰ ਦਾ ਜਿਉਂਦਿਆਂ ਜੀ ਪ੍ਰਕਾਸ਼ਿਤ ਹੋਇਆ ਉਸ ਦਾ ਆਖਰੀ ਕਾਵਿ ਸੰਗ੍ਰਹਿ ਹੈ। ਆਪਸ਼ਨ ਏ ਜੀ ਉਡਦੇ ਬਾਜਾਂ ਮਗਰ, ਬੀ ਹੈ ਜੀ ਲੋਕ ਕਥਾ, ਸੀ ਹੈ ਸਾਡੇ ਸਮਿਆਂ ਵਿੱਚ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇੱਥੇ ਜਿਹੜਾ ਹੈ ਇੱਕ ਮਿਸਟੇਕ ਹੋ ਗਈ ਜੀ, ਡਾਕਟਰ ਜਗਤਾਰ ਨਹੀਂ, ਸੌਰੀ ਇੱਥੇ ਅਵਤਾਰ ਪਾਸ਼ ਸੀ ਜੀ, ਅਵਤਾਰ ਪਾਸ਼ ਜੀ ਇਸ ਨੂੰ ਪੜ੍ਹਿਆ ਜਾਏ। ਦਾ ਜਿਉਂਦਿਆਂ ਜੀ ਪ੍ਰਕਾਸ਼ਿਤ ਹੋਇਆ, ਕਿਉਂਕਿ ਇਹ ਸਾਰੇ ਅਵਤਾਰ ਪਾਸ਼ ਜੀ 'ਤੇ ਨੇ ਲਿਖੇ ਹੋਏ ਨੇ ਜੀ, ਉਡਦੇ ਬਾਜਾਂ ਮਗਰ, ਲੋਕ ਕਥਾ ਔਰ ਸਾਡੇ ਸਮਿਆਂ ਦੇ ਵਿੱਚ। ਸੋ ਇੱਥੇ ਦੱਸਣਾ ਕਿ ਡਾਕਟਰ ਅਵਤਾਰ ਪਾਸ਼ 'ਤੇ ਜਿਉਂਦੇ ਜੀ ਪ੍ਰਕਾਸ਼ਿਤ ਹੋਇਆ ਉਸ ਦਾ ਆਖਰੀ ਕਾਵਿ ਸੰਗ੍ਰਹਿ ਕਿਹੜਾ ਸੀ? ਤਾਂ ਆਨਸਰ ਆਏਗਾ ਜੀ ਆਪਸ਼ਨ ਸੀ ਜੀ ਸਾਡੇ ਸਮਿਆਂ ਵਿੱਚ। ਸੋ ਅਵਤਾਰ ਪਾਸ਼ ਜੀ ਨੇ ਜਿਹੜੇ ਹੈ 3 ਹੀ ਜਿਹੜੇ ਕਾਵਿ ਸੰਗ੍ਰਹਿ ਲਿਖੇ ਨੇ ਜੀ। ਸੋ ਉਹਨਾਂ ਦਾ ਜਿਹੜਾ ਹੈ ਪਹਿਲਾ ਸੀ ਜੀ ਲੋਕ ਕਥਾ, 1970 ਦੇ ਵਿੱਚ ਪ੍ਰਕਾਸ਼ਿਤ ਹੋਇਆ ਜੀ। ਉਸ ਤੋਂ ਬਾਅਦ ਹੈ ਜੀ ਉਹਨਾਂ ਦਾ ਜਿਹੜਾ ਅਗਲਾ ਕਾਵਿ ਸੰਗ੍ਰਹਿ ਸੀ ਉਹ ਸੀ ਜੀ ਉਡਦੇ ਬਾਜਾਂ ਮਗਰ, ਜੋ ਕਿ 1974 ਦੇ ਵਿੱਚ ਪ੍ਰਕਾਸ਼ਿਤ ਹੋਇਆ ਜੀ। ਔਰ ਉਸ ਤੋਂ ਬਾਅਦ ਆਖਰੀ ਤੀਸਰਾ ਸੀ ਉਹਨਾਂ ਦਾ ਜੀ ਸਾਡੇ ਸਮਿਆਂ ਦੇ ਵਿੱਚ, ਜੋ ਕਿ 1978 ਦੇ ਵਿੱਚ ਪ੍ਰਕਾਸ਼ਿਤ ਹੋਇਆ ਜੀ। ਅਗਲਾ ਕੁਐਸਚਨ ਹੈ ਜੀ, ਔਰ ਇਸ ਦੇ ਵਿੱਚ ਜੇਕਰ ਪੁੱਛਿਆ ਜਾਏ ਕੁੱਲ ਕਵਿਤਾਵਾਂ ਕਿੰਨੀਆਂ ਸੀ? 28 ਕਵਿਤਾਵਾਂ ਸੀ ਸਾਡੇ ਸਮਿਆਂ ਵਿੱਚ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 33। ਹਨੇਰੇ ਵਿੱਚ ਸੁਲਗਦੀ ਵਰਨਮਾਲਾ ਦਾ ਲੇਖਕ ਹੈ। ਆਪਸ਼ਨ ਏ ਜੀ ਡਾਕਟਰ ਜਗਤਾਰ, ਬੀ ਹੈ ਜੀ ਅਵਤਾਰ ਪਾਸ਼, ਸੀ ਹੈ ਜੀ ਸੁਰਜੀਤ ਪਾਤਰ, ਡੀ ਹੈ ਜੀ ਵਿਧਾਤਾ ਸਿੰਘ ਧੀਰ। ਆਨਸਰ ਆਏਗਾ ਆਪਸ਼ਨ ਸੀ ਜੀ ਸੁਰਜੀਤ ਪਾਤਰ ਦਾ ਹੈ ਜੀ ਹਨੇਰੇ ਵਿੱਚ ਸੁਲਗਦੀ ਵਰਨਮਾਲਾ। ਆਪਸ਼ਨ ਸੀ ਆਨਸਰ ਆਏਗਾ। 1992 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। 1994 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਜਿਹੜਾ ਪੁਰਸਕਾਰ ਇਹਨਾਂ ਨੂੰ ਘੋਸ਼ਿਤ ਕੀਤਾ ਗਿਆ ਸੀ ਇਸ ਪੁਸਤਕ ਨੂੰ, ਪਰ ਸੁਰਜੀਤ ਵੱਲੋਂ ਜਿਹੜਾ ਹੈ ਅਸਵੀਕਾਰ
ਕਰ ਦਿੱਤਾ ਗਿਆ ਸੀ ਜੀ। ਕੁਐਸਚਨ ਨੰਬਰ 34 ਹੈ ਜੀ, ਸੁਰਜੀਤ ਪਾਤਰ ਦੀ ਪੁਸਤਕ ਲਫ਼ਜ਼ਾਂ ਦੀ ਦਰਗਾਹ ਕਦੋਂ ਪ੍ਰਕਾਸ਼ਿਤ ਹੋਈ? ਆਪਸ਼ਨ ਹੈ ਜੀ 2005, ਬੀ ਹੈ 2001, ਸੀ ਹੈ ਜੀ 2002, ਡੀ ਹੈ ਜੀ 2003। ਆਨਸਰ ਆਏਗਾ ਆਪਸ਼ਨ ਡੀ ਜੀ, 2003 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀ। ਇਸ ਦੇ ਵਿੱਚ ਜਿਹੜੀਆਂ 72 ਕਵਿਤਾਵਾਂ ਸਨ ਜੀ। ਔਰ ਬਿਰਖ ਅਰਜ ਕਰੇ ਇਹਨਾਂ ਦਾ ਇੰਪੋਰਟੈਂਟ ਜਿਹੜਾ ਇੱਕ ਹੋਰ ਕਾਵਿ ਸੰਗ੍ਰਹਿ ਹੈ, ਇਹ ਜਿਹੜਾ ਪ੍ਰਕਾਸ਼ਿਤ ਹੋਇਆ ਸੀ ਬਿਰਖ ਅਰਜ ਕਰੇ ਜੇਕਰ ਪੁੱਛਿਆ ਜਾਵੇ ਤਾਂ 1992 ਦੇ ਵਿੱਚ। ਕੁਐਸਚਨ ਨੰਬਰ ਅੱਗੇ 35 ਹੈ ਜੀ, ਜੇ ਗੋਰੀ ਰਾਤ ਹੈ ਤਾਂ ਹੈ ਚੰਨ ਦੀ ਤਾਂ ਕਾਲੀ ਰਾਤ ਹੈ ਕਿਸ ਦੀ? ਨਾ ਲੁਕਦੇ ਤਾਰਿਆਂ ਵਿੱਚ ਚੰਨ, ਨਾ ਤਾਰੇ ਚੰਨ 'ਚ ਲੁਕਦੇ ਨੇ। ਸਤਰਾਂ ਦਾ ਲੇਖਕ ਹੈ। ਆਪਸ਼ਨ ਏ ਪ੍ਰੋਫੈਸਰ ਪੂਰਨ ਸਿੰਘ, ਬੀ ਹੈ ਜੀ ਅੰਮ੍ਰਿਤਾ ਪ੍ਰੀਤਮ, ਸੀ ਹੈ ਜੀ ਸ਼ਿਵ ਕੁਮਾਰ, ਡੀ ਹੈ ਜੀ ਹੀਰਾ ਸਿੰਘ ਦਰਦ। ਤਾਂ ਇਸਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ, ਸ਼ਿਵ ਕੁਮਾਰ ਜੀ ਦੀਆਂ ਸਤਰਾਂ ਨੇ ਜੀ। ਜੇ ਗੋਰੀ ਰਾਤ ਹੈ ਚੰਨ ਦੀ ਤਾਂ ਕਾਲੀ ਰਾਤ ਹੈ ਕਿਸ ਦੀ? ਨਾ ਲੁਕਦੇ ਤਾਰਿਆਂ ਵਿੱਚ ਚੰਨ, ਨਾ ਤਾਰੇ ਚੰਨ 'ਚ ਲੁਕਦੇ ਨੇ। ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਸੀ ਕਿ ਜਿਹੜਾ ਸ਼ਿਵ ਕੁਮਾਰ ਜੀ ਨੂੰ ਸ਼ੈਲੇ ਵੀ ਆਖਿਆ ਜਾਂਦਾ, ਕਿਉਂਕਿ ਉਹਨਾਂ ਦੇ ਕਵਿਤਾਵਾਂ ਦੇ ਅੰਦਰ ਜਿਹੜਾ ਹੈ ਰੋਮਾਂਟਿਕ ਅੰਸ਼ ਹੈ। ਔਰ ਇਸ ਤੋਂ ਇਲਾਵਾ ਜਿਹੜਾ ਹੈ ਉਹਨਾਂ ਦੀ ਕਵਿਤਾਵਾਂ ਦੇ ਵਿੱਚ ਬਿਰਹਾ ਦਾ ਰੰਗ ਹੋਣ ਕਰਕੇ ਬਿਰਹਾ ਦਾ ਸੁਲਤਾਨ ਵੀ ਆਖਿਆ ਜਾਂਦਾ ਹੈ। ਔਰ ਸ਼ਿਵ ਕੁਮਾਰ ਜਿਹੜਾ ਆਪਣੇ ਆਪ ਨੂੰ ਬਿਰਹਾ ਦਾ ਕਵੀ ਆਖਿਆ ਕਰਦਾ ਸੀ। ਔਰ ਇਹ ਬਿਰਹਾ ਦਾ ਭਾਵ ਜਿਹੜਾ ਉਹਨਾਂ ਦੀ ਕਵਿਤਾ ਹੈ ਗਮਾਂ ਦੀ ਰਾਤ, ਉਸ ਦੇ ਵਿੱਚ ਜਿਹੜਾ ਸਾਫ਼ ਝਲਕਦਾ ਹੈ ਜੀ। ਸੋ ਉਸੇ ਕਵਿਤਾਵਾਂ ਦੇ ਵਿੱਚੋਂ ਕਵਿਤਾ ਦੇ ਵਿੱਚੋਂ ਇਹ ਲੈਣਾ ਲਈਆਂ ਗਈਆਂ ਨੇ ਜੀ, ਗਮਾਂ ਦੀ ਰਾਤ ਵਿੱਚੋਂ। ਕਈ ਵਾਰੀ ਕੁਐਸਚਨ ਆ ਜਾਂਦਾ ਕਿ ਕਿਸ ਕਵਿਤਾ ਦੇ ਵਿੱਚੋਂ ਇਹ ਲਈਆਂ ਗਈਆਂ ਨੇ, ਤਾਂ ਗਮਾਂ ਦੀ ਰਾਤ ਦੇ ਵਿੱਚੋਂ ਲਈਆਂ ਗਈਆਂ ਨੇ ਜੀ, ਔਰ ਸ਼ਿਵ ਕੁਮਾਰ ਜੀ ਦੀਆਂ ਲਿਖੀਆਂ ਹੋਈਆਂ ਨੇ। ਕੁਐਸਚਨ ਨੰਬਰ 36 ਹੈ ਜੀ, ਦਿਲਾਂ ਦੇ ਭੇਤ ਨਾਮਕ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਕਿਸ ਸੰਵਾਦ ਨੂੰ ਰੂਪਮਾਨ ਕੀਤਾ ਹੈ? ਆਪਸ਼ਨ ਹੈ ਜੀ ਮਾਂ ਅਤੇ ਧੀ, ਬੀ ਹੈ ਜੀ ਪ੍ਰੇਮੀ ਅਤੇ ਪ੍ਰੇਮਿਕਾ, ਸੀ ਹੈ ਜੀ ਪਿਓ ਅਤੇ ਧੀ, ਡੀ ਹੈ ਜੀ ਭੈਣ ਅਤੇ ਭਰਾ ਜੀ। ਆਨਸਰ ਆਏਗਾ ਆਪਸ਼ਨ ਏ ਜੀ। ਸੋ ਮਾਂ ਅਤੇ ਧੀ ਦੇ ਜਿਹੜੇ ਸੰਵਾਦ ਨੂੰ ਰੂਪਮਾਨ ਕੀਤਾ ਹੈ ਜੀ ਦਿਲਾਂ ਦੇ ਭੇਤ ਨਾਮਕ ਕਵਿਤਾ ਦੇ ਵਿੱਚ, ਜੋ ਕਿ ਉਹਨਾਂ ਦਾ ਕਾਵਿ ਸੰਗ੍ਰਹਿ ਅਸ਼ੋਕਾ ਚੇਤੀ ਉਸ ਦੇ ਵਿੱਚ ਦਰਜ ਹੈ ਜੀ, ਜੋ 1957 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 37, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਵਿਤਾ ਅੰਮ੍ਰਿਤਾ ਪ੍ਰੀਤਮ ਦੇ ਕਿਸ ਕਾਵਿ ਸੰਗ੍ਰਹਿ ਵਿੱਚ ਹੈ? ਆਪਸ਼ਨ ਹੈ ਜੀ ਸੁਨੇੜੇ, ਬੀ ਹੈ ਜੀ ਲੰਮੀਆਂ ਵਾਟਾਂ, ਸੀ ਹੈ ਜੀ ਸਰਗੀ ਵੇਲਾ, ਡੀ ਹੈ ਜੀ ਉਹ ਗੀਤਾਂ ਵਾਲਿਓ। ਸੋ ਅੰਮ੍ਰਿਤਾ ਪ੍ਰੀਤਮ ਦੀ ਬਹੁਤ ਹੀ ਮਹੱਤਵਪੂਰਨ ਲਾਈਨਾਂ ਨੇ, ਕਈ ਵਾਰ ਪੁੱਛੀਆਂ ਜਾ ਚੁੱਕੀਆਂ ਨੇ। ਕਵਿਤਾ ਕਿਸ ਦੀ ਲਿਖੀ ਹੋਈ ਹੈ? ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਪੰਨਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਪਈਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਵੇ ਉੱਠ ਦਰਦਮੰਦਾਂ ਦੀਆਂ ਦਰਦੀਆਂ ਉੱਠ ਤੱਕ ਆਪਣਾ ਪੰਜਾਬ। ਸੋ ਜਦੋਂ 47 ਦੀ ਵੰਡ ਹੋਈ ਸੀ, ਉਸ ਸੰਤਾਪ ਨੂੰ ਜਿਹੜਾ ਹੈ ਅੱਖੀਂ ਵੇਖਿਆ ਅੰਮ੍ਰਿਤਾ ਪ੍ਰੀਤਮ ਜੀ ਨੇ, ਔਰ ਉਸ ਨੂੰ ਜਿਹੜਾ ਹੈ ਇਸ ਕਵਿਤਾ ਦੇ ਵਿੱਚ ਉਲੀਕਿਆ ਹੈ। ਔਰ ਇਹ ਜਿਹੜੀ ਕਵਿਤਾ ਹੈ ਇਹ ਦਰਜ ਹੈ ਜੀ ਆਪਸ਼ਨ ਬੀ ਲੰਮੀਆਂ ਵਾਟਾਂ ਕਾਵਿ ਸੰਗ੍ਰਹਿ ਦੇ ਵਿੱਚ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 38, ਅੰਮ੍ਰਿਤਾ ਪ੍ਰੀਤਮ ਨੂੰ ਭਾਰਤ ਸਰਕਾਰ ਵੱਲੋਂ ਲਾਈਫ ਟਾਈਮ ਅਚੀਵਮੈਂਟ ਕਦੋਂ ਮਿਲਿਆ ਜੀ? ਆਪਸ਼ਨ ਹੈ 205, ਬੀ ਹੈ ਜੀ 2004, 2005 2004, 2003 ਜਾਂ 2002 ਦੇ ਵਿੱਚ ਜੀ। ਆਨਸਰ ਆਏਗਾ ਆਪਸ਼ਨ ਡੀ ਜੀ 2002 ਦੇ ਵਿੱਚ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 39, ਇਹ ਧਰਮਾਂ ਵਾਲੇ ਆਪਣੇ ਧੀਆਂ ਪੁੱਤਰਾਂ ਦੀ ਸਰਪ੍ਰਸਤੀ ਕਰਦੇ ਨੇ ਆਤਮਾ ਦੇ ਮਾਮਲੇ ਵਿੱਚ ਵੀ। ਸਤਰਾਂ ਦਾ ਲੇਖਕ ਹੈ। ਆਪਸ਼ਨ ਹੈ ਜੀ ਪ੍ਰੀਤਮ ਸਿੰਘ ਸਫੀਰ, ਬੀ ਹੈ ਵਿਧਾਤਾ ਸਿੰਘ ਤੀਰ, ਸੀ ਹੈ ਜੀ ਸੁਰਜੀਤ ਪਾਤਰ, ਡੀ ਹੈ ਜੀ ਡਾਕਟਰ ਜਗਤਾਰ। ਆਨਸਰ ਆਏਗਾ ਆਪਸ਼ਨ ਏ ਜੀ ਪ੍ਰੀਤਮ ਸਿੰਘ ਸਫੀਰ ਦੀਆਂ ਲਿਖੀਆਂ ਹੋਈਆਂ ਇਹ ਸਤਰਾਂ ਨੇ ਜੀ। ਔਰ ਪੋਇਮ ਇਹਨਾਂ ਦੀ ਜਿਹੜੀ ਕਵਿਤਾ ਹੈ ਮਨੂ ਦੇ ਪੈਰੋਕਾਰ, ਉਸ ਦੇ ਵਿੱਚੋਂ ਇਹ ਲਈਆਂ ਗਈਆਂ ਨੇ। ਕੁਐਸਚਨ ਨੰਬਰ 40 ਹੈ ਜੀ ਦਰਿਆ ਕਿਨਾਰੇ ਕਵਿਤਾ ਦਾ ਲੇਖਕ ਹੈ। ਆਪਸ਼ਨ ਹੈ ਜੀ ਪ੍ਰੋਫੈਸਰ ਮੋਹਨ ਸਿੰਘ, ਬੀ ਹੈ ਪ੍ਰੋਫੈਸਰ ਪੂਰਨ ਸਿੰਘ, ਸੀ ਹੈ ਵਿਧਾਤਾ ਸਿੰਘ ਤੀਰ, ਡੀ ਹੈ ਜੀ ਚਰਨ ਸਿੰਘ ਸ਼ਹੀਦ ਜੀ। ਆਨਸਰ ਆਏਗਾ ਆਪਸ਼ਨ ਬੀ ਜੀ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਹੈ ਜੀ ਦਰਿਆ ਕਿਨਾਰੇ, ਜੋ ਉਹਨਾਂ ਦੇ ਕਾਵਿ ਸੰਗ੍ਰਹਿ ਖੁੱਲ੍ਹੇ ਮੈਦਾਨ ਦੇ ਵਿੱਚੋਂ ਲਈ ਗਈ ਹੈ। ਸੋ ਆਪਾਂ ਨੂੰ ਪਤਾ ਹੈ ਕਿ ਖੁੱਲ੍ਹੀ ਕਵਿਤਾ ਲਿਖਣ ਦਾ ਜਿਹੜਾ ਮੁੱਢ ਬੰਨਿਆ ਸੀ ਉਹ ਪ੍ਰੋਫੈਸਰ ਪੂਰਨ ਸਿੰਘ ਨੇ ਬੰਨਿਆ ਸੀ। ਸੋ ਉਹਨਾਂ ਦੇ ਜਿਹੜੀ ਪਹਿਲਾ ਕਾਵਿ ਸੰਗ੍ਰਹਿ ਸੀ ਖੁੱਲ੍ਹੇ ਮੈਦਾਨ ਜੀ, ਔਰ ਉਸ ਦੇ ਵਿੱਚ ਕਵਿਤਾ ਹੈ ਜੀ ਦਰਿਆ ਕਿਨਾਰੇ ਜੀ। ਸੋ ਇਹ ਸੀ ਜੀ 40 ਕੁਐਸਚਨ। ਉਮੀਦ ਹੈ ਕਿ ਕਾਫੀ ਕੁਝ ਜਿਹੜਾ ਹੈ ਰਿਵਾਈਜ਼ ਹੋ ਗਿਆ ਹੋਵੇਗਾ। ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਸ਼ੇਅਰ ਲਾਈਕ ਜ਼ਰੂਰ ਕਰਿਓ, ਔਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ।
ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।